ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਆਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ ਜੋ ਉਮੀਦ ਹੈ ਕਿ ਤੁਹਾਡੇ ਲਈ ਲਾਭਦਾਇਕ ਹੋਵੇਗਾ, ਪਰ ਨਾਲ ਹੀ ਤੁਹਾਨੂੰ ਚੁਣੌਤੀ ਵੀ ਦੇਵੇਗਾ। ਕੁਝ ਅਜਿਹਾ ਜੋ ਤੁਹਾਨੂੰ ਤੁਹਾਡੀ ਆਪਣੀ ਜ਼ਿੰਦਗੀ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਦੇਵੇਗਾ, ਪਰ ਨਾਲ ਹੀ ਤੁਹਾਨੂੰ ਸਵਾਲ ਵੀ ਕਰੇਗਾ ਕਿ ਮੈਂ ਆਪਣੀ ਜ਼ਿੰਦਗੀ ਕਿਵੇਂ ਜੀ ਰਿਹਾ ਹਾਂ, ਮੈਂ ਕੀ ਕਰ ਰਿਹਾ ਹਾਂ, ਮੈਂ ਵੱਖਰਾ ਕੀ ਕਰ ਰਿਹਾ ਹਾਂ। ਮੈਂ ਹਮੇਸ਼ਾ ਲੋਕਾਂ ਨੂੰ ਇਹ ਸਵਾਲ ਪੁੱਛਦਾ ਹਾਂ, ਤੁਸੀਂ ਆਖਰੀ ਵਾਰ ਕਦੋਂ ਕਿਸੇ ਨੂੰ ਕਾਪੀ ਅਤੇ ਪੈਨ ਲੈ ਕੇ ਗੁਰਦੁਆਰੇ ਜਾਂਦੇ ਦੇਖਿਆ ਹੈ? ਕੀ ਤੁਸੀਂ ਸੋਚ ਸਕਦੇ ਹੋ? ਇੱਕ ਵਿਅਕਤੀ? ਸ਼ਾਇਦ ਹੀ ਤੁਸੀਂ ਦੇਖਿਆ ਹੋਵੇਗਾ, ਹੈ ਨਾ? ਕਿੰਨੀ ਵਾਰ ਤੁਸੀਂ ਇਹ ਦੇਖਿਆ ਕਿ ਕੋਈ ਗੁਰਦੁਆਰੇ ਜਾ ਕੇ ਨੋਟਸ ਲਿਖ ਰਿਹਾ ਹੋਵੇ ਅਤੇ ਸੋਚਦੇ ਹੋ, ਓਹ ਮੈਂ ਇੱਥੇ ਸਿੱਖਣ ਲਈ ਆਇਆ ਹਾਂ, ਪਰ ਅਸੀਂ ਇਹ ਗੱਲ ਖੁੱਲ੍ਹ ਕੇ ਕਹਿੰਦੇ ਹਾਂ ਕਿ ਗੁਰੂ ਸਾਡੇ ਅਧਿਆਪਕ ਹਨ, ਹੈ ਨਾ? ਅਤੇ ਫਿਰ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਦੀ ਹਿੰਮਤ ਰੱਖਦੇ ਹਾਂ। ਸਿੱਖ ਦਾ ਅਰਥ ਹੈ ਇੱਕ ਵਿਦਿਆਰਥੀ, ਇੱਕ ਸਿੱਖਣ ਵਾਲਾ। ਕਿਸ ਕਿਸਮ ਦਾ ਵਿਦਿਆਰਥੀ ਹੈ ਜੋ ਸਿੱਖਣ ਲਈ ਜਾਂਦਾ ਹੈ ਤੇ ਕੋਈ ਨੋਟਸ ਨਹੀਂ ਲਿਖਣਾ ਚਾਹੁੰਦਾ? ਇਸ ਲਈ ਅਸੀਂ ਗੁਰਦੁਆਰੇ ਜਾ ਕੇ ਇਹ ਨਹੀਂ ਸੋਚਦੇ ਕਿ ਗੁਰੂ ਕੀ ਕਹਿ ਰਿਹਾ ਹੈ, ਸ਼ਬਦ ਕੀ ਕਹਿ ਰਿਹਾ ਹੈ, ਕੀਰਤਨ ਕੀ ਕਹਿ ਰਿਹਾ ਹੈ, ਹੁਕਮਨਾਮਾ ਕੀ ਕਹਿ ਰਿਹਾ ਹੈ, ਮੈਂ ਇਸ ਸਭ ਨਾਲ ਕੀ ਕਰਨਾ ਹੈ। ਸੋ ਮੈਂ ਗੁਰਬਾਣੀ ਨਾਲ ਵਿਚਰਨ ਦਾ ਇਹ ਤਰੀਕਾ ਬਦਲਣਾ ਚਾਹੁੰਦਾ ਹਾਂ। ਇਸ ਲਈ ਨਹੀਂ ਕਿ ਇਹ ਇੱਕ ਉਹ ਚੀਜ਼ ਹੈ ਜੋ ਤੁਹਾਨੂੰ ਕਰਨੀ ਚਾਹੀਦੀ ਹੈ ਜਾਂ ਜਿਸ ਵਿੱਚ ਤੁਸੀਂ ਪੈਦਾ ਹੋਏ ਹੋ ਕਿਉਂਕਿ ਇਹ ਇੱਕ ਧਰਮ ਹੈ ਅਤੇ ਗੁਰੂ ਨੇ ਤੁਹਾਨੂੰ ਅਜਿਹਾ ਕਰਨ ਲਈ ਕਿਹਾ ਹੈ। ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅਦਭੁਤ ਹਨ ਅਤੇ ਇਹ ਸੱਚਮੁੱਚ ਤੁਹਾਡੀ ਜ਼ਿੰਦਗੀ ਬਦਲ ਦੇਣਗੇ। ਜੇਕਰ ਤੁਸੀਂ ਨੋਟਸ ਲਿਖਣ ਲਈ ਸਮਾਂ ਕੱਢਦੇ ਹੋ ਅਤੇ ਗੁਰੂ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਬਹੁਤ ਸੁਧਾਰ ਆ ਜਾਵੇਗਾ। ਸੋ ਉਮੀਦ ਹੈ ਕਿ ਅੱਜ ਅਸੀਂ ਇਸ ਬਾਰੇ ਕੁਝ ਵਿਚਾਰ ਕਰ ਸਕੀਏ। ਅਤੇ ਅੱਜ ਮੈਂ ਤੁਹਾਡੇ ਨਾਲ ਜਿਸ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਉਹ ਹੈ ਕਿ ਅਸੀਂ ਮਨੁੱਖੀ ਅਨੁਭਵ ਨੂੰ ਕਿਵੇਂ ਬਦਲ ਸਕਦੇ ਹਾਂ। ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਕਿਵੇਂ ਸੁਧਾਰ ਸਕਦੇ ਹਾਂ। ਅਸੀਂ ਇਹ ਕਿਵੇਂ ਕਰਦੇ ਹਾਂ, ਹਰ ਪਲ ਕਿਵੇਂ ਮਹਿਸੂਸ ਹੁੰਦਾ ਹੈ, ਅਸੀਂ ਇਸ ਨੂੰ ਕਿਵੇਂ ਸੁਧਾਰ ਸਕਦੇ ਹਾਂ। ਅਤੇ ਇਹ ਇੱਕ ਅਜੀਬ ਸਵਾਲ ਲੱਗ ਸਕਦਾ ਹੈ, ਪਰ ਅਸਲ ਵਿੱਚ ਅਜਿਹਾ ਸਵਾਲ ਹੈ ਜੋ ਤੁਹਾਡਾ ਮਨ ਹਰ ਵੇਲੇ ਤੁਹਾਨੂੰ ਪੁੱਛ ਰਿਹਾ ਹੈ। ਹਰ ਸਮੇਂ ਤੁਹਾਡਾ ਮਨ ਇਹ ਸੋਚ ਰਿਹਾ ਹੁੰਦਾ ਹੈ, ਮੈਂ ਇਸ ਸਥਿਤੀ ਨੂੰ ਕਿਵੇਂ ਸੁਧਾਰ ਸਕਦਾ ਹਾਂ। ਇਸ ਲਈ ਇਸ ਸੈਸ਼ਨ ਵਿੱਚ ਤੁਸੀਂ ਮੈਨੂੰ ਬਹੁਤ ਸਾਰੇ ਸਵਾਲ ਕਰਦੇ ਹੋਏ ਦੇਖੋਗੇ ਕਿਉਂਕਿ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਬਾਰੇ ਸੋਚੋ। ਪਹਿਲਾ ਸਵਾਲ ਜੋ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਹਾਂ ਉਹ ਹੈ ਕਿ ਜਾਨਵਰਾਂ ਨੂੰ ਕੋਈ ਸਿਮਰਨ ਕਰਨ ਦੀ ਲੋੜ ਕਿਉਂ ਨਹੀਂ ਹੈ? ਕਿਉਂ ਨਹੀਂ? ਉਹੀ ਬਾਹਾਂ, ਉਹੀ ਲੱਤਾਂ, ਆਲੇ ਦੁਆਲੇ ਘੁੰਮਣਾ, ਸਾਡੇ ਵਾਂਗ ਸੌਣਾ ਅਤੇ ਖਾਣਾ ਅਤੇ ਆਪਣੇ ਆਪ ਨੂੰ ਖਤਰੇ ਤੋਂ ਬਚਾਉਣਾ, ਐਵੇਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ। ਮਨੁੱਖ ਕੀ ਕਰਨ ਦੇ ਸਮਰੱਥ ਹੈ ਕਿ ਅਸੀਂ ਗੁੰਝਲਦਾਰ ਚੀਜ਼ਾਂ ਬਣਾਉਣ ਦੇ ਯੋਗ ਹਾਂ। ਗੁੰਝਲਦਾਰ ਵਿਚਾਰ, ਗੁੰਝਲਦਾਰ ਇਮਾਰਤਾਂ ਦੇ ਡਿਜ਼ਾਈਨਸ। ਅਤੇ ਇਹ ਕੀ ਹੈ ਜੋ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ? ਇੱਕ ਜਾਂ ਦੋ ਲੋਕਾਂ ਨੇ ਇਸ ਦਾ ਜ਼ਿਕਰ ਕੀਤਾ ਹੈ। ਉਹ ਕੀ ਹੈ ਜੋ ਮਨੁੱਖ ਨੂੰ ਅਜਿਹਾ ਕਰਨ ਦਿੰਦਾ ਹੈ ਜੋ ਜਾਨਵਰ ਨੂੰ ਅਜਿਹਾ ਨਹੀਂ ਕਰਨ ਦਿੰਦਾ? ਇਹ ਸਾਡਾ ਦਿਮਾਗ ਹੈ, ਸਾਡਾ ਮਨ ਹੈ। ਇਸ ਲਈ ਮਨੁੱਖ ਅਤੇ ਜਾਨਵਰ ਵਿੱਚ ਮੁੱਖ ਅੰਤਰ ਮਨ ਹੈ। ਕੀ ਕੋਈ ਮੈਨੂੰ ਮਨ ਦੀ ਪਰਿਭਾਸ਼ਾ ਦੇ ਸਕਦਾ ਹੈ? ਠੀਕ ਹੈ, ਸਾਡੇ ਵਿੱਚੋਂ ਕਿੰਨੇ ਲੋਕਾਂ ਕੋਲ ਦਿਮਾਗ ਨਹੀਂ ਹੈ? ਹਾਂਜੀ, ਕੁਝ ਹੱਥ। ਨਹੀਂ, ਠੀਕ ਹੈ, ਸਾਡੇ ਸਾਰਿਆਂ ਕੋਲ ਮਨ ਹੈ। ਤਾਂ ਮਨ ਕੀ ਹੈ? ਮੈਨੂੰ ਇੱਕ ਪਰਿਭਾਸ਼ਾ ਦਿਓ। ਵਿਚਾਰਾਂ ਦੀ ਲੜੀ। ਦਿਲਚਸਪ। ਇਸ ਲਈ ਭਾਰਤੀ ਪਰੰਪਰਾ ਦੇ ਅੰਦਰ 4 ਉਪ ਵਿਭਾਗ ਸੁਰਤ, ਮਤ, ਮਨ ਅਤੇ ਬੁੱਧ। ਅਸੀਂ ਇਹਨਾਂ ਦੇ ਅਰਥਾਂ ਦੀ ਡੂੰਘਾਈ ਵਿੱਚ ਜਾ ਸਕਦੇ ਹਾਂ। ਉਹ ਅਤੀਤ, ਵਰਤਮਾਨ ਅਤੇ ਭਵਿੱਖ। ਸਾਡੇ ਦਿਮਾਗ ਵਿੱਚ ਅਤੀਤ ਅਤੇ ਭਵਿੱਖ ਨੂੰ ਸਮਝਣ ਦੀ ਸਮਰੱਥਾ ਹੈ। ਜਾਨਵਰ ਕਦੇ ਵੀ ਭਵਿੱਖ ਬਾਰੇ ਨਹੀਂ ਸੋਚਦੇ ਜਾਂ ਅਤੀਤ ਬਾਰੇ ਚਿੰਤਾ ਨਹੀਂ ਕਰਦੇ। ਉਹਨਾਂ ਕੋਲ ਸ਼ਾਇਦ ਥੋੜ੍ਹੀ ਬਹੁਤ ਯਾਦਾਸ਼ਤ ਹੁੰਦੀ ਹੈ, ਸ਼ਾਇਦ ਉਹ ਵੀ ਨਹੀਂ। ਤੁਸੀਂ ਸਮਝਦੇ ਹੋ ਇਹ ਔਖਾ ਨਹੀਂ ਹੈ। ਖੈਰ, ਕਿੰਨੀ ਕੁ ਵਾਰ ਸਾਨੂੰ ਇਹਨਾਂ ਗੱਲਾਂ ਬਾਰੇ ਸੋਚਣ ਦਾ ਮੌਕਾ ਮਿਲਦਾ ਹੈ? ਅਸੀਂ ਅਸਲ ਵਿੱਚ ਇਹਨਾਂ ਗੱਲਾਂ ਬਾਰੇ ਸੋਚਦੇ ਹੀ ਨਹੀਂ। ਫਿਰ ਵੀ ਸਾਡੇ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਉਹਨਾਂ ਲਈ ਸ਼ਬਦ ਮਨ ਹਰ ਥਾਂ ਆਉਂਦਾ ਹੈ। ਮਨ ਸ਼ਬਦ ਵਾਰ-ਵਾਰ ਆਉਂਦਾ ਹੈ। ਗੁਰਬਾਣੀ ਤੁਹਾਡੇ ਮਨ ਬਾਰੇ ਹੋਰ ਬਹੁਤ ਸਾਰੀਆਂ ਧਾਰਨਾਵਾਂ ਨਾਲੋਂ ਜ਼ਿਆਦਾ ਗੱਲ ਕਰਦੀ ਜਾਪਦੀ ਹੈ, ਪਰ ਅਸੀਂ ਇਸ ਬਾਰੇ ਨਹੀਂ ਸੋਚਦੇ ਕਿ ਇਹ ਕੀ ਹੈ। ਇਸ ਲਈ ਮੈਂ ਮਨ ਦੀ ਸਰਲ ਪਰਿਭਾਸ਼ਾ ਦਿੰਦਾ ਹਾਂ। ਜਿਵੇਂ ਕਿ ਤੁਹਾਡੇ ਵਿੱਚੋਂ ਕੁਝ ਨੇ ਕਿਹਾ, ਵਿਚਾਰਾਂ ਦੀ ਲੜੀ। ਵਿਚਾਰਾਂ ਦਾ ਇੱਕ ਚੱਕਰਵਿਊਹ ਜੋ ਹਰ ਸਮੇਂ ਚੱਲਦਾ ਰਹਿੰਦਾ ਹੈ। ਵਿਚਾਰਾਂ ਲਈ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ? ਸ਼ਬਦ, ਹੈ ਨਾ?
ਇਸ ਗੱਲ ਨੂੰ ਧਿਆਨ ਵਿੱਚ ਰੱਖੋ, ਕਿਉਂਕਿ ਜਿਵੇਂ-ਜਿਵੇਂ ਅਸੀਂ ਅੱਗੇ ਵਧਾਂਗੇ ਤੁਹਾਨੂੰ ਇਸ ਦੀ ਸਮਝ ਆਵੇਗੀ। ਸ਼ਬਦ ਉਹ ਹਨ ਜੋ ਤੁਹਾਡੇ ਮਨ ਵਿੱਚ ਚੱਲ ਰਹੇ ਹਨ, ਕਿਉਂਕਿ ਅਸੀਂ ਗੱਲ ਕਹਿ ਸਕਦੇ ਹਾਂ ਕਿ ਵਿਚਾਰ ਕੀ ਹੈ। ਇੱਕ ਵਿਚਾਰ ਜਾਂ ਤਾਂ ਫੋਟੋਆਂ ਦਾ ਸੰਗ੍ਰਹਿ ਹੁੰਦਾ ਹੈ ਜਾਂ ਸਾਡੇ ਦਿਮਾਗ ਵਿੱਚ ਚੱਲ ਰਹੀ ਕੋਈ ਕਹਾਣੀ। ਹਰ ਸਮੇਂ ਸ਼ਬਦ ਮਨ ਵਿੱਚ ਚੱਲਦੇ ਰਹਿੰਦੇ ਹਨ। ਹਰ ਵੇਲੇ ਮਨ ਦੀ ਭਾਸ਼ਾ ਵਿੱਚ ਕੁਝ ਚੱਲਦਾ ਰਹਿੰਦਾ ਹੈ। ਇਸ ਲਈ ਇੱਕ ਚੀਜ਼ ਜੋ ਸਾਨੂੰ ਜਾਨਵਰਾਂ ਤੋਂ ਅਲੱਗ ਕਰਦੀ ਹੈ, ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਤੇ ਮੈਂ ਤੁਹਾਡੀ ਗੱਲ ਰੱਖਦਾ ਹਾਂ, ਜਿੱਥੋਂ ਤੱਕ ਅਸੀਂ ਜਾਣਦੇ ਹਾਂ ਉਹ ਕਿ ਸਾਡੇ ਮਨ ਵਿੱਚ ਲਗਾਤਾਰ ਕਹਾਣੀ ਚੱਲਦੀ ਰਹਿੰਦੀ ਹੈ। ਹਰ ਵੇਲੇ ਸਾਡਾ ਮਨ ਕੁਝ ਨਾ ਕੁਝ ਕਹਿ ਰਿਹਾ ਹੁੰਦਾ ਹੈ। ਅਸਲ ਵਿੱਚ ਹੁਣ ਵੀ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਗੱਲ ਨਹੀਂ ਸੁਣ ਰਿਹਾ। ਅਸਲ ਵਿੱਚ ਜੋ ਮੈਂ ਕਹਿ ਰਿਹਾ ਹਾਂ ਉਸ ਬਾਰੇ ਤੁਸੀਂ ਆਪਣੇ ਮਨ ਦੀ ਵਿਆਖਿਆ ਨੂੰ ਸੁਣ ਰਹੇ ਹੋ। ਜੋ ਵੀ ਮੈਂ ਕਹਿ ਰਿਹਾ ਹਾਂ ਇਹ ਤੁਹਾਡੇ ਦਿਮਾਗ ਦੇ ਫਿਲਟਰ ਵਿੱਚੋਂ ਲੰਘ ਰਿਹਾ ਹੈ ਅਤੇ ਤੁਹਾਡਾ ਮਨ ਕਹਿ ਰਿਹਾ ਹੈ ਮੈਨੂੰ ਇਹ ਸਮਝ ਆ ਗਿਆ ਹੈ, ਮੈਨੂੰ ਇਹ ਸਮਝ ਨਹੀਂ ਆਇਆ, ਮੈਂ ਸਹਿਮਤ ਹਾਂ, ਮੈਂ ਅਸਹਿਮਤ ਹਾਂ। ਤੁਹਾਡਾ ਮਨ ਐਵੇਂ ਕਰ ਰਿਹਾ ਹੈ ਨਾ? ਅਸੀਂ ਅਤੇ ਜਾਨਵਰ ਬਿਲਕੁਲ ਇੱਕੋ ਥਾਂ ਤੇ ਰਹਿੰਦੇ ਹਾਂ। ਉਹ ਵੀ ਇਸ ਹਵਾ ਵਿੱਚ ਸਾਹ ਲੈਂਦੇ ਹਨ, ਇਸ ਜ਼ਮੀਨ ਤੇ ਚੱਲਦੇ ਹਨ, ਇੱਕੋ ਜਿਹੀ ਸੂਰਜ ਤੋਂ ਗਰਮੀ ਪ੍ਰਾਪਤ ਕਰਦੇ ਹਨ। ਸਾਡੇ ਅਤੇ ਉਹਨਾਂ ਵਿੱਚ ਫਰਕ ਇਹ ਹੈ ਕਿ ਸਾਡੇ ਮਨ ਵਿੱਚ ਨਿਰੰਤਰ ਕੁਝ ਚੱਲਦਾ ਰਹਿੰਦਾ ਹੈ। ਇਸ ਲਈ ਹੁਣ ਸਵਾਲ ਇਹ ਹੈ, ਇਸ ਸਮੇਂ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ? ਸੋਚੋ। ਤੁਹਾਡੇ ਵਿੱਚੋਂ ਕੁਝ ਮੇਰੀ ਗੱਲ ਨੂੰ ਸੁਣ ਰਹੇ ਹਨ, ਕੁਝ ਪਹਿਲਾਂ ਹੀ ਬੋਰ ਹੋ ਗਏ ਹਨ, ਕੁਝ ਦਿਨ ਵਿੱਚ ਸੁਪਨੇ ਦੇਖ ਰਹੇ ਹਨ। ਤੁਹਾਡੇ ਵਿੱਚੋਂ ਕੁਝ ਖੁਸ਼ ਹਨ ਕਿ ਤੁਸੀਂ ਇੱਥੇ ਹੋ, ਤੁਹਾਡੇ ਵਿੱਚੋਂ ਕੁਝ ਪਹਿਲਾਂ ਹੀ ਪਛਤਾ ਰਹੇ ਹਨ, ਮੈਂ ਇੱਥੇ ਕਿਉਂ ਆਇਆ। ਹਾਂਜੀ, ਇਹ ਆਦਮੀ ਮੇਰਾ ਦਿਮਾਗ ਖਾਣ ਵਾਲਾ ਹੈ। ਅਸੀਂ ਕਦੇ ਵੀ ਆਪਣੇ ਰੋਜ਼ਾਨਾ ਦੇ ਆਧਾਰ ਤੇ ਇੱਕ ਕਦਮ ਪਿੱਛੇ ਹਟ ਕੇ ਸੋਚਦੇ ਨਹੀਂ ਹਾਂ ਕਿ ਮੇਰਾ ਦਿਮਾਗ ਇਸ ਸਮੇਂ ਕੀ ਕਰ ਰਿਹਾ ਹੈ। ਪਰ ਦਿਮਾਗ ਹਮੇਸ਼ਾ ਕੁਝ ਨਾ ਕੁਝ ਸੋਚ ਰਿਹਾ ਹੁੰਦਾ ਹੈ, ਹਮੇਸ਼ਾ ਕੋਈ ਨਾ ਕੋਈ ਕਹਾਣੀ ਚੱਲ ਰਹੀ ਹੁੰਦੀ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਮਨ ਵਿਚਾਰਾਂ ਦਾ ਇੱਕ ਚੱਕਰਵਿਊਹ ਹੈ ਅਤੇ ਸਾਡੇ ਵਿਚਾਰ ਕਿਵੇਂ ਵਿਹਾਰ ਕਰਦੇ ਹਨ, ਸਾਨੂੰ ਇਹ ਸਮਝਣ ਦੀ ਲੋੜ ਹੈ। ਖਾਸ ਤੌਰ ਤੇ ਜਦੋਂ ਕੋਈ ਨਕਾਰਾਤਮਕ ਘਟਨਾ ਵਾਪਰਦੀ ਹੈ ਕਿ ਤੁਹਾਡਾ ਮਨ ਕਿਵੇਂ ਵਿਹਾਰ ਕਰਦਾ ਹੈ। ਇਸ ਲਈ ਮੈਂ ਬਹੁਤ ਵਾਰ ਉਦਾਹਰਣ ਲੈਂਦਾ ਹਾਂ ਕਿ ਮੇਰੇ ਬੱਚੇ ਕਿਵੇਂ ਕੰਮ ਕਰਦੇ ਹਨ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਬੱਚੇ ਕਿਵੇਂ ਕੰਮ ਕਰਦੇ ਹਨ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਉਹਨਾਂ ਤੋਂ ਅਲੱਗ ਨਹੀਂ ਹਾਂ। ਇਸ ਲਈ ਮੇਰੇ 2 ਲੜਕੇ ਹਨ ਅਤੇ ਉਹ ਹਮੇਸ਼ਾ ਇੱਕ ਦੂਜੇ ਨਾਲ ਬਹਿਸ ਕਰਦੇ ਹਨ, ਹਮੇਸ਼ਾ ਇੱਕੋ ਖਿਡੌਣੇ ਲਈ ਲੜਦੇ ਹਨ, ਹਮੇਸ਼ਾ ਚਾਹੁੰਦੇ ਹਨ ਕਿ ਦੂਜੇ ਕੋਲ ਜੋ ਹੈ ਮੈਂ ਉਸ ਨਾਲ ਖੇਡ ਰਿਹਾ ਸੀ, ਹੁਣ ਮੈਨੂੰ ਲੰਬੇ ਸਮੇਂ ਲਈ ਖੇਡਣ ਲਈ ਵਾਪਸ ਚਾਹੀਦਾ ਹੈ। ਉਸਨੇ 5 ਮਿੰਟ ਖੇਡਿਆ ਹੈ, ਮੈਂ 10 ਮਿੰਟ ਖੇਡਣਾ ਚਾਹੁੰਦਾ ਹਾਂ। ਇਸ ਤਰ੍ਹਾਂ ਹਮੇਸ਼ਾ ਚੱਲਦਾ ਰਹਿੰਦਾ ਹੈ। ਇਸ ਲਈ ਹਰ ਸਮੇਂ ਕੁਝ ਝਗੜਾ ਹੁੰਦਾ ਰਹਿੰਦਾ ਹੈ। ਇਸ ਲਈ ਬੱਚੇ ਬਹਿਸ ਕਰ ਰਹੇ ਹਨ, ਮਾਪੇ ਕਮਰੇ ਵਿੱਚ ਆਉਂਦੇ ਹਨ ਅਤੇ ਤੁਰੰਤ ਬੱਚਿਆਂ ਵਿੱਚੋਂ ਇੱਕ ਤੇ ਚੀਕਦੇ ਹਨ। ਸੋਚੋ ਕਿ ਤੁਹਾਡਾ ਦਿਮਾਗ ਕੀ ਪ੍ਰਤੀਕਿਰਿਆ ਦੇਵੇਗਾ। ਤੁਸੀਂ ਖੇਡ ਰਹੇ ਹੋ, ਤੁਸੀਂ ਆਪਣੇ ਭਰਾ ਜਾਂ ਭੈਣ ਜਾਂ ਕਿਸੇ ਨਾਲ ਵੀ ਲੜ ਰਹੇ ਹੋ ਅਤੇ ਤੁਸੀਂ ਉਹਨਾਂ ਨਾਲ ਬਹਿਸ ਕਰ ਰਹੇ ਹੋ। ਮਾਪੇ ਆਉਂਦੇ ਹਨ, ਤੁਰੰਤ ਤੁਹਾਨੂੰ ਝਿੜਕਦੇ ਹਨ। ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਕੀ ਹੁੰਦਾ ਹੈ? ਘਟਨਾ ਵਾਪਰਦੀ ਹੈ ਅਤੇ ਮਨ ਸਮਝ ਲੈਂਦਾ ਹੈ ਕਿ ਕੁਝ ਗਲਤ ਹੋ ਗਿਆ ਹੈ, ਕਿਸੇ ਤਰੀਕੇ ਦਾ ਕੋਈ ਖਤਰਾ ਹੈ। ਡੈਡੀ ਦਾ ਕਮਰੇ ਵਿੱਚ ਚਲੇ ਜਾਣਾ ਜਾਂ ਮੰਮੀ ਦਾ ਚੀਕਣਾ। ਘਟਨਾ ਵਾਪਰਦੀ ਹੈ, ਮਨ ਇਸ ਨੂੰ ਖਤਰੇ ਵਜੋਂ ਸਮਝਦਾ ਹੈ ਅਤੇ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਤੀਕਿਰਿਆ ਕਰਦਾ ਹੈ। ਅਕਸਰ ਸਾਡੇ ਬੱਚੇ ਸਾਡੇ ਤੇ ਚੀਕਣਾ ਸ਼ੁਰੂ ਕਰ ਦਿੰਦੇ ਹਨ, ਹੈ ਨਾ? ਕਿਉਂਕਿ ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਮਾਪਿਆਂ ਕੋਲ ਇਹ ਸੀ, ਹੈ ਨਾ? ਅਸੀਂ ਹੁਣ ਇਸ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਬੱਚੇ ਸਾਡੇ ਤੋਂ ਉਸ ਤਰ੍ਹਾਂ ਨਹੀਂ ਡਰਦੇ ਜਿਵੇਂ ਅਸੀਂ ਆਪਣੇ ਮਾਪਿਆਂ ਤੋਂ ਡਰਦੇ ਸੀ, ਹੈ ਨਾ? ਇਸ ਲਈ ਜਦੋਂ ਅਸੀਂ ਕਮਰੇ ਵਿੱਚ ਜਾ ਕੇ ਬੱਚਿਆਂ ਨੂੰ ਝਿੜਕਣਾ ਸ਼ੁਰੂ ਕਰਦੇ ਹਾਂ, ਉਹ ਸਾਨੂੰ ਝਿੜਕਣਾ ਸ਼ੁਰੂ ਕਰ ਦਿੰਦੇ ਹਨ। ਪਰ ਦਿਲਚਸਪ ਗੱਲ ਇਹ ਹੈ ਕਿ ਬਾਅਦ ਵਿੱਚ ਕੀ ਹੁੰਦਾ ਹੈ ਅਤੇ ਤੁਸੀਂ ਇਸ ਨੂੰ ਆਪਣੇ ਰਿਸ਼ਤਿਆਂ ਵਿੱਚ ਵੀ ਵੇਖੋਗੇ। ਜੇਕਰ ਤੁਹਾਡੀ ਕਿਸੇ ਨਾਲ ਬਹਿਸ ਹੁੰਦੀ ਹੈ ਤਾਂ ਤੁਸੀਂ ਉਸੇ ਪ੍ਰਕਿਰਿਆ ਵਿੱਚੋਂ ਲੰਘਦੇ ਹੋ। ਕੋਈ ਘਟਨਾ ਵਾਪਰਦੀ ਹੈ, ਕੋਈ ਤੁਹਾਨੂੰ ਕੁਝ ਬੁਰਾ ਕਹਿੰਦਾ ਹੈ, ਕੋਈ ਤੁਹਾਡੇ ਨਾਲ ਲੜਦਾ ਹੈ, ਕੁਝ ਮਾੜਾ ਕਹਿੰਦਾ ਹੈ, ਤੁਸੀਂ ਇਸ ਨੂੰ ਖਤਰਾ ਸਮਝਦੇ ਹੋ, ਤੁਸੀਂ ਪ੍ਰਤੀਕਿਰਿਆ ਕਰਦੇ ਹੋ। ਪਰ ਜਦੋਂ ਇਹ ਖਤਮ ਹੁੰਦਾ ਹੈ ਤੁਸੀਂ ਕੀ ਕਰਦੇ ਹੋ? ਤੁਸੀਂ ਇਸ ਬਾਰੇ ਸੋਚਦੇ ਰਹਿੰਦੇ ਹੋ। ਮਨ ਵਿੱਚ ਇੱਕ ਫੀਡਬੈਕ ਵਿਧੀ ਚੱਲਦੀ ਰਹਿੰਦੀ ਹੈ। ਕਿਸੇ ਕਿਸਮ ਦੀ ਘਟਨਾ ਹੁੰਦੀ ਹੈ, ਫਿਰ ਪ੍ਰਤੀਕਿਰਿਆ, ਅਤੇ ਫਿਰ ਬਾਅਦ ਵਿੱਚ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਹੋ, ਇਹ ਚੰਗਾ ਨਹੀਂ ਹੋਇਆ, ਮੈਂ ਗੁੱਸਾ ਮਹਿਸੂਸ ਕਰ ਰਿਹਾ ਹਾਂ, ਮੈਂ ਨਿਰਾਸ਼ ਮਹਿਸੂਸ ਕਰ ਰਿਹਾ ਹਾਂ, ਮੈਂ ਇਹ ਮਹਿਸੂਸ ਕਰ ਰਿਹਾ ਹਾਂ। ਤੁਸੀਂ ਜਾਣਦੇ ਹੋ ਤੁਹਾਡਾ ਮਨ ਕੀ ਕਰਦਾ ਹੈ?
ਤੁਹਾਡਾ ਮਨ ਉਸੇ ਘਟਨਾ ਨੂੰ ਬਾਰ-ਬਾਰ ਸੋਚਦਾ ਰਹਿੰਦਾ ਹੈ। ਕੀ ਮੈਂ ਸਹੀ ਹਾਂ? ਤੁਹਾਡਾ ਮਨ ਉਸ ਘਟਨਾ ਨੂੰ ਦੁਹਰਾਉਂਦਾ ਹੈ। ਜਿੰਨਾ ਚਿਰ ਤੁਸੀਂ ਆਪਣੇ ਦਿਮਾਗ ਵਿੱਚ ਉਸ ਘਟਨਾ ਨੂੰ ਦੁਬਾਰਾ ਸੋਚੋਗੇ, ਓਨਾ ਹੀ ਸਮਾਂ ਤੁਸੀਂ ਉਸ ਭਾਵਨਾ ਨੂੰ ਮਹਿਸੂਸ ਕਰੋਗੇ ਜੋ ਉਸ ਘਟਨਾ ਤੋਂ ਨਿਕਲਦੀ ਹੈ। ਠੀਕ ਹੈ, ਇਸ ਲਈ ਕੁਝ ਅਜਿਹਾ ਹੁੰਦਾ ਹੈ ਕਿ ਤੁਸੀਂ ਤੁਰੰਤ ਬੁਰਾ ਮਹਿਸੂਸ ਨਹੀਂ ਕਰਦੇ। 1 ਮਿੰਟ ਬਾਅਦ ਤੁਹਾਨੂੰ ਬੁਰਾ ਮਹਿਸੂਸ ਹੁੰਦਾ ਹੈ। ਇੱਕ ਵਾਰੀ ਝਗੜਾ ਹੁੰਦਾ ਹੈ, ਫਿਰ ਇਹ ਤੁਹਾਨੂੰ ਸਮਝ ਆਉਣ ਲੱਗਦਾ ਹੈ ਅਤੇ ਫਿਰ ਇਹ ਮਨ ਵਿੱਚ ਚੱਲਦਾ ਹੈ, ਕਹਾਣੀ ਚੱਲਦੀ ਹੈ ਅਤੇ ਕਹਾਣੀ ਅਤੇ ਵਿਚਾਰ ਫਿਰ ਭਾਵਨਾਵਾਂ ਵਿੱਚ ਬਦਲ ਜਾਂਦੇ ਹਨ। ਇਹ ਫਿਰ ਇੱਕ ਭਾਵਨਾ ਬਣ ਜਾਂਦਾ ਹੈ। ਭਾਵਨਾ ਇੱਕ ਕਹਾਣੀ ਹੈ ਜੋ ਇਸ ਘਟਨਾ ਨਾਲ ਜੁੜੀ ਹੋਈ ਹੈ। ਭਾਵਨਾ ਆਪਣੇ ਆਪ ਹੀ ਨਹੀਂ ਬਣਦੀ। ਭਾਵਨਾ ਉਸ ਕਹਾਣੀ ਦੇ ਆਧਾਰਿਤ ਹੈ ਜੋ ਤੁਸੀਂ ਆਪਣੇ ਆਪ ਨੂੰ ਦੱਸ ਰਹੇ ਹੋ। ਕੀ ਪਿਆਰ ਵੀ ਇਸੇ ਤਰ੍ਹਾਂ ਹੈ? ਅਸੀਂ ਇਸ ਤੇ ਸਵਾਲ ਅਤੇ ਜਵਾਬ ਭਾਗ ਵਿੱਚ ਵਿਚਾਰ ਕਰਾਂ। ਠੀਕ ਹੈ, ਇਸ ਸਮੇਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵਿਚਾਰ ਨੂੰ ਸਮਝੋ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਮੈਂ ਵੀ ਇਸ ਬਾਰੇ ਨਹੀਂ ਸੋਚਿਆ ਹੈ, ਤਾਂ ਹੋ ਸਕਦਾ ਹੈ ਕਿ ਸਾਨੂੰ ਇਸ ਬਾਰੇ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਲਈ ਹੁਣ ਤੁਹਾਡੀ ਕਹਾਣੀ ਸਭ ਤੋਂ ਮਹੱਤਵਪੂਰਨ ਕਾਰਕ ਬਣ ਜਾਂਦੀ ਹੈ। ਕਹਾਣੀ ਜਿੰਨਾ ਲੰਬਾ ਚੱਲਦੀ ਹੈ, ਓਨਾ ਹੀ ਲੰਬਾ ਸਮਾਂ ਤੁਸੀਂ ਸਦਮੇ ਵਿੱਚ ਰਹਿੰਦੇ ਹੋ। ਅਤੇ ਅਸੀਂ ਉਹਨਾਂ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਘਟਨਾ ਵਾਪਰੀ ਹੈ ਅਤੇ ਉਸ ਘਟਨਾ ਦੇ ਸਦਮੇ ਦੀ ਭਾਵਨਾ ਸਾਲਾਂ ਤੋਂ ਉਹਨਾਂ ਦੇ ਮਨ ਵਿੱਚ ਹੈ। ਭਾਵਨਾ ਕਈ ਸਾਲਾਂ ਤੋਂ ਨਹੀਂ ਰੁਕੀ ਹੈ। ਇਹ ਕੀ ਹੋਇਆ ਹੈ? ਹੋਇਆ ਇਹ ਹੈ ਕਿ ਉਹ ਕਹਾਣੀ ਆਪਣੇ ਆਪ ਨੂੰ ਦੁਹਰਾਉਂਦੀ ਰਹਿੰਦੀ ਹੈ। ਮੈਨੂੰ ਨਹੀਂ ਪਤਾ ਕਿ ਤੁਸੀਂ ਕਦੇ ਧਿਆਨ ਦਿੱਤਾ ਹੈ, ਜੇ ਬਦਕਿਸਮਤੀ ਨਾਲ ਤੁਹਾਡੇ ਨਾਲ ਕੋਈ ਟੱਕਰ, ਕਿਸੇ ਕਿਸਮ ਦੀ ਕਾਰ ਦੁਰਘਟਨਾ ਹੋਈ ਹੈ, ਜੇਕਰ ਹੋਈ ਹੈ, ਤਾਂ ਸਾਰਾ ਦਿਨ ਅਤੇ ਰਾਤ ਉਹ ਕਾਰ ਹਾਦਸਾ ਤੁਹਾਡੇ ਮਨ ਵਿੱਚ ਚੱਲਦਾ ਰਹਿੰਦਾ ਹੈ ਨਾ? ਅਜੇ ਵੀ ਚੱਲ ਰਿਹਾ ਹੈ। ਤੁਸੀਂ ਉਸੇ ਘਟਨਾ ਦੀ ਕਲਪਨਾ ਕਰਦੇ ਰਹਿੰਦੇ ਹੋ। ਉਹੀ ਗੱਲ ਹੋ ਰਹੀ ਹੈ। ਹਰ ਵਾਰ ਜਦੋਂ ਤੁਹਾਡੇ ਮਨ ਨੂੰ ਕੋਈ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਸ ਦਾ ਉਹੀ ਪ੍ਰਤੀਕਰਮ ਹੁੰਦਾ ਹੈ। ਤੁਸੀਂ ਜਾਣਦੇ ਹੋ ਇਸ ਤੋਂ ਦਿਲਚਸਪ ਕੀ ਹੈ? ਜਦੋਂ ਤੁਸੀਂ ਉਸ ਸਦਮੇ ਵਿੱਚੋਂ ਗੁਜ਼ਰਦੇ ਹੋ, ਜਦੋਂ ਤੁਹਾਡੇ ਨਾਲ ਕਾਰ ਹਾਦਸਾ ਹੁੰਦਾ ਹੈ, ਤੁਸੀਂ ਬਹਿਸ ਕਰਦੇ ਹੋ, ਜਦੋਂ ਤੁਸੀਂ ਕਿਸੇ ਨਾਲ ਜਾਂ ਕਿਸੇ ਚੀਜ਼ ਨਾਲ ਲੜਦੇ ਹੋ, ਤੁਹਾਡਾ ਦਿਮਾਗ ਤਣਾਅ ਦੇ ਹਾਰਮੋਨ ਛੱਡਣਾ ਸ਼ੁਰੂ ਕਰ ਦਿੰਦਾ ਹੈ ਅਤੇ ਤੁਹਾਡਾ ਦਿਮਾਗ ਕੈਮੀਕਲ ਛੱਡਣਾ ਸ਼ੁਰੂ ਕਰਦਾ ਹੈ ਤਾਂ ਜੋ ਤੁਹਾਡਾ ਸਰੀਰ ਲੜ ਸਕੇ, ਕੁਝ ਕਰ ਸਕੇ। ਦਿਲਚਸਪ ਗੱਲ ਇਹ ਹੈ ਕਿ ਜਦੋਂ ਤੱਕ ਉਹ ਕਹਾਣੀ ਦੁਹਰਾਈ ਜਾਂਦੀ ਹੈ, ਉਹ ਤਣਾਅ ਵਾਲੇ ਕੈਮੀਕਲ ਬਣਦੇ ਰਹਿੰਦੇ ਹਨ। ਇਸ ਕਾਰਨ ਜਦੋਂ ਲੋਕ ਤਣਾਅ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦੇ ਹਨ ਤਾਂ ਇਹ ਨਹੀਂ ਹੈ ਕਿ ਤਣਾਅ ਦੇ ਹਾਰਮੋਨ ਬੁਰੇ ਹਾਰਮੋਨ ਹਨ। ਤਣਾਅ ਦੇ ਹਾਰਮੋਨ ਤੁਹਾਡੇ ਸਰੀਰ ਲਈ ਲੋੜੀਂਦੇ ਹਨ। ਤੁਹਾਨੂੰ ਪਤਾ ਹੈ, ਅਗਰ ਸ਼ੇਰ ਤੁਹਾਡੇ ਪਿੱਛੇ ਪੈ ਜਾਵੇ ਤਾਂ ਤੁਹਾਨੂੰ ਉਹਨਾਂ ਤਣਾਅ ਵਾਲੇ ਹਾਰਮੋਨਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਤੁਹਾਨੂੰ ਤੁਰੰਤ ਭੱਜਣ ਦੀ ਲੋੜ ਹੁੰਦੀ ਹੈ। ਪਰ ਹੁੰਦਾ ਕੀ ਹੈ, ਅਸੀਂ ਉਹਨਾਂ ਤਣਾਅ ਵਾਲੇ ਹਾਰਮੋਨਾਂ ਨੂੰ ਬਣਾਉਂਦੇ ਰਹਿੰਦੇ ਹਾਂ ਅਤੇ ਉਹਨਾਂ ਹਾਰਮੋਨਾਂ ਦੇ ਲੰਬੇ ਸਮੇਂ ਤੱਕ ਬਣਦੇ ਰਹਿਣ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਅਤੇ ਇਹ ਅੱਜ-ਕੱਲ੍ਹ ਦਾ ਜਾਣਿਆ ਪਛਾਣਿਆ ਵਿਗਿਆਨ ਹੈ। ਇਸ ਲਈ ਸਾਨੂੰ ਸਿੱਖਣ ਦੀ ਲੋੜ ਹੈ ਕਿ ਅਸੀਂ ਇਸ ਕਹਾਣੀ ਬਾਰੇ ਕੀ ਕਰੀਏ। ਅਸੀਂ ਆਪਣੇ ਮਨ ਵਿੱਚ ਇਸ ਕਹਾਣੀ ਨੂੰ ਕਿਵੇਂ ਹੈਂਡਲ ਕਰੀਏ। ਤੁਹਾਡਾ ਮਨ ਕੀ ਕਰ ਰਿਹਾ ਹੈ? ਠੀਕ ਹੈ, ਅਸੀਂ ਸਿਰਫ ਦੁਖਦਾਈ ਘਟਨਾਵਾਂ ਬਾਰੇ ਥੋੜ੍ਹੀ ਜਿਹੀ ਗੱਲ ਕੀਤੀ ਹੈ, ਪਰ ਅਸਲ ਵਿੱਚ ਤੁਹਾਡਾ ਮਨ ਹਰ ਤਰ੍ਹਾਂ ਦੀਆਂ ਘਟਨਾਵਾਂ ਨਾਲ ਅਜਿਹਾ ਹੀ ਕਰਦਾ ਹੈ। ਆਓ ਉਦਾਹਰਨ ਨਾਲ ਸਮਝੀਏ। ਜੇਕਰ ਕੋਈ ਹਾਲ ਹੀ ਵਿੱਚ ਕਾਸਕੋ ਗਿਆ ਹੈ ਤਾਂ ਤੁਸੀਂ ਵੇਖੋਗੇ ਕਿ ਸ਼ੇਲਜ਼ ਖਾਲੀ ਹੋ ਰਹੀਆਂ ਹਨ, ਹੈ ਨਾ? ਅਤੇ ਜਦੋਂ ਤੁਸੀਂ ਟਿਲ ਤੇ ਪਹੁੰਚਦੇ ਹੋ ਤਾਂ ਉੱਥੇ ਲੰਬੀ ਲਾਈਨ ਹੁੰਦੀ ਹੈ। ਤੁਹਾਡਾ ਮਨ ਕੀ ਕਰਦਾ ਹੈ? ਤੁਸੀਂ ਦੁਕਾਨ ਤੇ ਗਏ ਹੋ, ਤੁਹਾਨੂੰ ਕੁਝ ਸਮਾਨ ਖਰੀਦਣ ਦੀ ਲੋੜ ਹੈ, ਤੁਸੀਂ ਪੈਸੇ ਦੇਣ ਲਈ ਤਿਆਰ ਹੋ, ਇੱਥੇ ਇੱਕ ਲੰਬੀ ਲਾਈਨ ਹੈ, ਇੱਕ ਵੱਡੀ ਲਾਈਨ ਹੈ। ਤੁਹਾਡਾ ਮਨ ਕੀ ਕਰਦਾ ਹੈ? ਤੁਹਾਡਾ ਮਨ ਪਹਿਲਾਂ ਇੱਕ ਛੋਟੀ ਲਾਈਨ ਲੱਭਣਾ ਸ਼ੁਰੂ ਕਰਦਾ ਹੈ। ਕਿਉਂ? ਤੁਹਾਡੇ ਦਿਮਾਗ ਵਿੱਚ ਹਮੇਸ਼ਾ ਇਹ ਸਵਾਲ ਹੁੰਦਾ ਹੈ, ਮੈਂ ਇਸ ਸਥਿਤੀ ਨੂੰ ਬਿਹਤਰ ਕਿਵੇਂ ਬਣਾਵਾਂ? ਹਰ ਪਲ ਤੁਹਾਡਾ ਮਨ ਹਮੇਸ਼ਾ ਆਪਣੇ ਆਪ ਨੂੰ ਇਹ ਸਵਾਲ ਕਰਦਾ ਹੈ, ਮੈਂ ਸਥਿਤੀ ਨੂੰ ਬਿਹਤਰ ਕਿਵੇਂ ਬਣਾਵਾਂ? ਇਸ ਲਈ ਇੱਥੇ ਇੱਕ ਲੰਬੀ ਲਾਈਨ ਹੈ, ਮੈਂ ਸਥਿਤੀ ਨੂੰ ਬਿਹਤਰ ਕਿਵੇਂ ਬਣਾਵਾਂ? ਮੈਂ ਇੱਕ ਛੋਟੀ ਲਾਈਨ ਲੱਭਦਾ ਹਾਂ। ਹਾਂ, ਅਸੀਂ ਅਜਿਹਾ ਕਿਉਂ ਕਰਦੇ ਹਾਂ? ਅਸੀਂ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਮੈਨੂੰ ਛੋਟੀ ਲਾਈਨ ਨਾ ਮਿਲੇ ਤਾਂ ਮਨ ਕੀ ਕਰਦਾ ਹੈ? ਘੱਟ ਆਈਟਮਾਂ ਵਾਲੀ ਲਾਈਨਾਂ ਨੂੰ ਦੇਖਦਾ ਹੈ, ਪਰ ਜੇ ਤੁਸੀਂ ਕੋਈ ਵੱਖਰੀ ਲਾਈਨ ਨਹੀਂ ਲੱਭ ਸਕਦੇ ਅਤੇ ਉੱਥੇ ਸਿਰਫ ਇੱਕ ਹੀ ਲਾਈਨ ਹੈ, ਤੁਸੀਂ ਲਾਈਨ ਦੇ ਅੱਗੇ ਜਾਣ ਦਾ ਰਸਤਾ ਲੱਭ ਲੈਂਦੇ ਹੋ। ਤੁਹਾਡਾ ਮਨ ਕੀ ਕਰਦਾ ਹੈ? ਤੁਸੀਂ ਇਹ ਕਹਿੰਦੇ ਹੋ, ਸ਼ਿਕਾਇਤ ਕਰਨਾ ਸ਼ੁਰੂ ਕਰੋ। ਜੇਕਰ ਮੈਂ ਸਥਿਤੀ ਵਿੱਚ ਸੁਧਾਰ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਮੈਂ ਕਿਸੇ ਨੂੰ ਦੋਸ਼ੀ ਠਹਿਰਾ ਸਕਦਾ ਹਾਂ, ਹੈ ਨਾ? ਕਿਸੇ ਨਾ ਕਿਸੇ ਤਰੀਕੇ ਨਾਲ ਹਾਲਾਤ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰਦੇ ਹੋ।
ਸਬਰ ਰੱਖੋ ਅਤੇ ਇਮਾਨਦਾਰੀ ਨਾਲ ਦੱਸੋ ਕਿ ਕਿੰਨੇ ਲੋਕਾਂ ਦਾ ਮਨ ਅਸਲ ਵਿੱਚ ਇਹ ਕਰਦਾ ਹੈ। ਮੇਰਾ ਮਨ ਐਵੇਂ ਨਹੀਂ ਕਰਦਾ। ਤੁਹਾਡੇ ਕੋਲ ਕੋਈ ਵਿਕਲਪ ਨਹੀਂ ਹੈ, ਪਰ ਤੁਹਾਡਾ ਮਨ ਸ਼ਿਕਾਇਤ ਕਰ ਸਕਦਾ ਹੈ। ਸ਼ਿਕਾਇਤ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ, ਹੈ ਨਾ? ਇਹ ਮੁਫਤ ਹੈ। ਇਸ ਲਈ ਤੁਹਾਡਾ ਮਨ ਇੱਕ ਕਹਾਣੀ ਸ਼ੁਰੂ ਕਰਦਾ ਹੈ। ਇਹ ਇੱਕ ਹੋਰ ਕਤਾਰ ਕਿਉਂ ਨਹੀਂ ਖੋਲ੍ਹਦੇ? ਦੇਖੋ ਕਿੰਨਾ ਸਟਾਫ ਉੱਥੇ ਖੜਾ ਹੈ, ਉਹ ਕੁਝ ਨਹੀਂ ਕਰ ਰਹੇ, ਹੈ ਨਾ? ਉਹ ਹੋਰ ਕਾਊਂਟਰ ਕਿਉਂ ਨਹੀਂ ਖੋਲ੍ਹਦੇ? ਹਰ ਕੋਈ ਉਸੇ ਸਮੇਂ ਹੀ ਕਿਉਂ ਆਇਆ ਜਦੋਂ ਮੈਂ ਖਰੀਦਦਾਰੀ ਕਰਨੀ ਸੀ? ਇਹਨਾਂ ਲੋਕਾਂ ਨੂੰ ਕੀ ਹੋਇਆ ਹੈ? ਇਹ ਕੋਈ ਜ਼ਰੂਰੀ ਚੀਜ਼ ਨਹੀਂ ਖਰੀਦ ਰਹੇ ਹਨ। ਮੈਂ ਸਾਰੀਆਂ ਜ਼ਰੂਰੀ ਚੀਜ਼ਾਂ ਖਰੀਦ ਰਿਹਾ ਹਾਂ। ਤੁਹਾਡਾ ਮਨ ਇਹ ਸਭ ਕੁਝ ਸੋਚਣਾ ਸ਼ੁਰੂ ਕਰ ਦਿੰਦਾ ਹੈ। ਮੇਰੇ ਬੱਚੇ ਮੈਨੂੰ ਦੇਰੀ ਨਾ ਕਰਵਾਉਂਦੇ ਤਾਂ ਮੈਂ ਥੋੜਾ ਪਹਿਲਾਂ ਸਟੋਰ ਤੇ ਆ ਸਕਦਾ ਸੀ। ਕਹਾਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਵਾਲ ਇਹ ਹੈ, ਇਹ ਕੋਈ ਮਤਲਬ ਦੀ ਕਹਾਣੀ ਨਹੀਂ ਹੈ, ਪਰ ਮਨ ਅਜਿਹਾ ਕਿਉਂ ਕਰਦਾ ਹੈ? ਕਿਉਂਕਿ ਇਹ ਸਥਿਤੀ ਨੂੰ ਨਹੀਂ ਬਦਲ ਸਕਦਾ, ਪਰ ਅਜੇ ਵੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਰਸਤਾ ਲੱਭ ਰਿਹਾ ਹੈ। ਅਤੇ ਜਿਸ ਤਰੀਕੇ ਨਾਲ ਇਹ ਸਥਿਤੀ ਨੂੰ ਬਿਹਤਰ ਬਣਾਉਂਦਾ ਹੈ ਉਹ ਹੈ, ਮੈਂ ਇਸ ਲਈ ਹਰ ਕਿਸੇ ਨੂੰ ਦੋਸ਼ੀ ਠਹਿਰਾਵਾਂਗਾ। ਘੱਟੋ ਘੱਟ ਇਹ ਮੇਰੀ ਗਲਤੀ ਨਹੀਂ ਹੈ। ਮੈਂ ਇਸ ਲਾਈਨ ਵਿੱਚ ਖੜਾ ਹਾਂ, ਪਰ ਇਹ ਮੇਰੀ ਗਲਤੀ ਨਹੀਂ ਹੈ। ਇਹ ਉਹਨਾਂ ਦੀ ਗਲਤੀ ਹੈ ਅਤੇ ਉਹਨਾਂ ਦਾ ਕਸੂਰ ਹੈ। ਅਤੇ ਫਿਰ ਤੁਸੀਂ ਇਹ ਦੇਖਣਾ ਸ਼ੁਰੂ ਕਰਦੇ ਹੋ ਕਿ ਹਰ ਕਿਸੇ ਦੇ ਰਾਸ਼ਨ ਦੇ ਬੈਗ ਵਿੱਚ ਅਤੇ ਖਰੀਦਦਾਰੀ ਦੀਆਂ ਟਰਾਲੀਆਂ ਵਿੱਚ ਕੀ ਹੈ। ਜਿਵੇਂ, ਹਾਂ, ਦੇਖੋ ਉਸਨੇ ਕਿੰਨੀ ਖਰੀਦਦਾਰੀ ਕੀਤੀ ਹੈ। ਇਹ ਗੱਲਾਂ ਮਨ ਵਿੱਚ ਆਉਣ ਲੱਗਦੀਆਂ ਹਨ। ਇਸ ਲਈ ਮੈਂ ਇਸ ਨਾਲ ਕੀ ਕਹਿਣ ਜਾ ਰਿਹਾ ਹਾਂ? ਗੁਰੂ ਨਾਨਕ ਦੇਵ ਜੀ ਨੇ ਮਨ ਦੀ ਇਸ ਪ੍ਰੋਸੈਸ ਨੂੰ ਸਮਝਿਆ। ਗੁਰੂ ਨਾਨਕ ਦੇਵ ਜੀ ਸਮਝਦੇ ਸਨ ਕਿ ਮਨ ਵਿੱਚ ਹਮੇਸ਼ਾ ਇੱਕ ਕਹਾਣੀ ਚੱਲਦੀ ਰਹਿੰਦੀ ਹੈ ਅਤੇ ਜੋ ਉਹ ਤੁਹਾਨੂੰ ਅਤੇ ਮੈਨੂੰ ਪ੍ਰਦਾਨ ਕਰਦੇ ਹਨ ਉਹ ਉਸ ਸਮੱਸਿਆ ਦਾ ਹੱਲ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ, ਤਾਂ ਗੁਰੂ ਨਾਨਕ ਦੇਵ ਜੀ ਵਰਗੇ ਵਿਅਕਤੀ ਨੂੰ ਸਮਝਾਉਣ ਦੀ ਕੀ ਲੋੜ ਹੈ? ਇਸ ਬਾਰੇ ਸੋਚੋ। ਤੁਹਾਡੇ ਜੀਵਨ ਦੇ ਸਾਰੇ ਮੁੱਦਿਆਂ ਨੂੰ ਅਸਲ ਵਿੱਚ ਇੱਕ ਚੀਜ਼ ਨਾਲ ਜੋੜਿਆ ਜਾ ਸਕਦਾ ਹੈ। ਮੇਰਾ ਮਨ ਕਿਸੇ ਸਥਿਤੀ ਨੂੰ ਕਿਵੇਂ ਸਮਝਦਾ ਹੈ? ਇਸ ਸਥਿਤੀ ਬਾਰੇ ਮੇਰਾ ਮਨ ਕਿਵੇਂ ਮਹਿਸੂਸ ਕਰਦਾ ਹੈ? ਮੈਂ ਇਸ ਸਥਿਤੀ ਬਾਰੇ ਕੀ ਸੋਚਦਾ ਹਾਂ? ਕਿਉਂਕਿ ਜਿਵੇਂ ਮੈਂ ਸੋਚਾਂਗਾ ਉਵੇਂ ਹੀ ਮੈਂ ਮਹਿਸੂਸ ਕਰਾਂਗਾ। ਜੋ ਮੈਂ ਸਮਝਾਂਗਾ ਉਹੀ ਮੈਨੂੰ ਮਿਲੇਗਾ। ਮੈਂ ਸਥਿਤੀ ਨੂੰ ਕਿਵੇਂ ਦੇਖਦਾ ਹਾਂ ਇਹ ਨਿਰਧਾਰਤ ਕਰਦਾ ਹੈ ਕਿ ਮੈਂ ਸਥਿਤੀ ਬਾਰੇ ਕਿੰਨਾ ਖੁਸ਼ ਹਾਂ, ਹੈ ਨਾ? ਜੋ ਮੈਂ ਸਮਝਾਂਗਾ ਉਹੀ ਮੈਨੂੰ ਮਿਲੇਗਾ। ਮੈਂ ਜੀਵਨ ਵਿੱਚੋਂ ਜੋ ਕੁਝ ਪ੍ਰਾਪਤ ਕਰਦਾ ਹਾਂ ਉਹ ਇਸ ਗੱਲ ਤੇ ਆਧਾਰਿਤ ਹੈ ਕਿ ਮੈਂ ਇਸ ਬਾਰੇ ਕਿਵੇਂ ਸੋਚਦਾ ਹਾਂ। ਅਤੇ ਗੁਰੂ ਨਾਨਕ ਦੇਵ ਜੀ ਤੁਹਾਨੂੰ ਇਹ ਦਿਖਾਉਂਦੇ ਹਨ, ਜੇਕਰ ਤੁਸੀਂ ਕਹਾਣੀ ਬਦਲਦੇ ਹੋ ਤਾਂ ਤੁਹਾਡੇ ਜੀਵਨ ਦਾ ਸਾਰਾ ਅਨੁਭਵ ਬਦਲ ਜਾਂਦਾ ਹੈ। ਅਸੀਂ ਕਿਸੇ ਪਰਮਾਤਮਾ ਬਾਰੇ ਗੱਲ ਨਹੀਂ ਕਰ ਰਹੇ, ਹੈ ਨਾ? ਰੱਬ ਨੂੰ ਭੁਲਾ ਕੇ ਸਾਡੇ ਬਾਰੇ ਹੀ ਗੱਲ ਕਰੀਏ। ਆਓ ਸਾਡੇ ਬਾਰੇ ਚਿੰਤਾ ਕਰੀਏ ਇਸ ਤੋਂ ਪਹਿਲਾਂ ਕਿ ਅਸੀਂ ਹੋਰ ਔਖੇ ਸਵਾਲ ਵੱਲ ਜਾਈਏ। ਮੈਂ ਰੱਬ ਨੂੰ ਕਿਵੇਂ ਲੱਭ ਸਕਦਾ ਹਾਂ? ਇਸ ਨੂੰ ਫਿਲਹਾਲ ਭੁੱਲ ਜਾਈਏ। ਮੈਂ ਆਪਣੇ ਮਨ ਨੂੰ ਕਿਵੇਂ ਠੀਕ ਕਰਾਂ? ਅਤੇ ਇਸ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਇਸ ਕਹਾਣੀ ਨੂੰ ਬਦਲਣ ਦੇ ਤਰੀਕੇ ਲੱਭਣ ਦੀ ਲੋੜ ਹੈ। ਕੀ ਹਰ ਕੋਈ ਇਹ ਸ਼ਬਦ ਕਹਾਣੀ ਨੂੰ ਸਮਝਦਾ ਹੈ? ਕਹਾਣੀ ਜੋ ਸਾਡੇ ਦਿਮਾਗ ਵਿੱਚ ਚੱਲ ਰਹੀ ਹੈ ਲਗਾਤਾਰ। ਕਿਸੇ ਸਦਮੇ ਨੂੰ ਦੁਬਾਰਾ ਸੋਚਣਾ, ਉਸ ਦੀਆਂ ਯਾਦਾਂ ਜੋ ਸਾਡੇ ਕੋਲ ਹਨ। ਵਿਗਿਆਨੀ ਜੋ ਯਾਦਾਂ ਦਾ ਅਧਿਐਨ ਕਰਦੇ ਹਨ, ਤੁਹਾਨੂੰ ਪਤਾ ਹੈ ਉਹ ਇਸ ਬਾਰੇ ਕੀ ਕਹਿੰਦੇ ਹਨ? ਉਹ ਕਹਿੰਦੇ ਹਨ ਤੁਹਾਡੀਆਂ ਜ਼ਿਆਦਾਤਰ ਯਾਦਾਂ ਫਰਜ਼ੀ ਖਬਰਾਂ ਹਨ। ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਸੋਚਦੇ ਹੋ ਕਿ ਬਿਲਕੁਲ ਇਸੇ ਤਰ੍ਹਾਂ ਹੋਈਆਂ ਸਨ, ਅਸਲ ਵਿੱਚ ਉਹ ਉਸ ਤਰ੍ਹਾਂ ਨਹੀਂ ਹੋਈਆਂ। ਤੁਹਾਡਾ ਦਿਮਾਗ ਉਸ ਕਿਸੇ ਦੀਆਂ ਕੁਝ ਗੱਲਾਂ ਯਾਦ ਰੱਖਦਾ ਹੈ। ਇਸ ਲਈ ਤੁਹਾਡੀਆਂ ਯਾਦਾਂ ਵੀ ਸਿਰਫ ਇੱਕ ਕਹਾਣੀ ਹਨ। ਇਸ ਲਈ ਜੋ ਹੋਇਆ ਉਹ ਉਸ ਦੀ ਅਸਲ ਯਾਦ ਨਹੀਂ ਹੈ। ਜ਼ਿਆਦਾਤਰ ਗੱਲਾਂ ਜੋ ਤੁਹਾਨੂੰ ਯਾਦ ਹਨ ਉਹ ਅਸਲ ਵਿੱਚ ਉਸ ਤਰ੍ਹਾਂ ਨਹੀਂ ਹੋਈਆਂ। ਇਸ ਲਈ ਸਾਨੂੰ ਇਸ ਕਹਾਣੀ ਨੂੰ ਸੁਧਾਰਨ ਦਾ ਤਰੀਕਾ ਲੱਭਣ ਦੀ ਲੋੜ ਹੈ। ਅਤੇ ਇਹ ਉਸ ਸਕਾਰਾਤਮਕ ਸੋਚ ਤੋਂ ਬਹੁਤ ਅੱਗੇ ਹੈ ਜਿਸ ਦੀ ਅਸੀਂ ਸੋਚਦੇ ਹਾਂ ਕਿ ਸਾਨੂੰ ਲੋੜ ਹੈ। ਸਿਰਫ ਖੁਸ਼ਹਾਲ ਵਿਚਾਰਾਂ ਬਾਰੇ ਸੋਚਣਾ, ਸਿਰਫ ਚੰਗੇ ਵਿਚਾਰ ਸੋਚਣਾ, ਨਕਾਰਾਤਮਕ ਬਾਰੇ ਨਾ ਸੋਚਣਾ, ਹੈ ਨਾ? ਇਹ ਉਸ ਤੋਂ ਵੀ ਅੱਗੇ ਦੀ ਗੱਲ ਹੈ। ਗੁਰੂ ਜੀ ਕੀ ਕਰਨਾ ਚਾਹੁੰਦੇ ਹਨ? ਜੀਵਨ ਬਾਰੇ ਤੁਹਾਡੀ ਸਮਝ ਨੂੰ ਬਦਲਣਾ ਚਾਹੁੰਦੇ ਹਨ ਅਤੇ ਇਸ ਤੋਂ ਵੀ ਮਹੱਤਵਪੂਰਨ, ਤੁਹਾਡੇ ਬਾਰੇ ਤੁਹਾਡੀ ਸਮਝ ਨੂੰ ਬਦਲਣਾ ਚਾਹੁੰਦੇ ਹਨ। ਤੁਹਾਨੂੰ ਇਹ ਬਦਲਣ ਦੀ ਲੋੜ ਹੈ ਕਿ ਤੁਸੀਂ ਆਪਣੇ ਬਾਰੇ ਕਿਵੇਂ ਸੋਚਦੇ ਹੋ। ਅਤੇ ਸਾਡੇ ਵਿੱਚੋਂ ਜ਼ਿਆਦਾਤਰ ਇਹ ਕਰਨ ਲਈ ਤਿਆਰ ਨਹੀਂ ਹਨ। ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਸਿਰਫ ਇਹ ਹੀ ਕਰ ਸਕਦੇ ਹਾਂ। ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ ਅਤੇ ਤੁਸੀਂ ਗੁਰੂ ਨੂੰ ਮੱਥਾ ਟੇਕਦੇ ਹੋ ਅਤੇ ਸਿਰ ਝੁਕਾਉਂਦੇ ਹੋ ਤਾਂ ਤੁਸੀਂ ਕਿਸ ਨੂੰ ਮੱਥਾ ਟੇਕ ਰਹੇ ਹੋ?
ਜਿਸ ਨੂੰ ਅਸੀਂ ਮੱਥਾ ਟੇਕ ਰਹੇ ਹਾਂ, ਉਹ ਮਨੁੱਖੀ ਅਨੁਭਵ ਤੇ ਸਭ ਤੋਂ ਵਧੀਆ ਬੁੱਧੀ ਹੈ। ਤੁਹਾਡੀ ਸਭ ਤੋਂ ਵਧੀਆ ਬੁੱਧੀ ਹੈ। ਤੁਸੀਂ ਆਪਣੇ ਗੁਰੂ ਨੂੰ ਮੱਥਾ ਟੇਕਦੇ ਹੋ। ਗੁਰੂ ਕੀ ਸਿਖਾਉਂਦਾ ਹੈ? ਜੇ ਅਸੀਂ ਗੁਰੂ ਦੇ ਵਿਦਿਆਰਥੀ ਹਾਂ, ਤੁਸੀਂ ਬਾਇਓਲੋਜੀ ਦੇ ਟੀਚਰ ਕੋਲ ਜਾਂਦੇ ਹੋ। ਤੁਸੀਂ ਜਾਣਦੇ ਹੋ ਕਿ ਉਹ ਕੀ ਪੜ੍ਹਾਉਂਦੇ ਹਨ, ਉਹ ਕਿਹੜਾ ਸਬਜੈਕਟ ਪੜ੍ਹਾਉਂਦੇ ਹਨ। ਤੁਸੀਂ ਕੈਮਿਸਟਰੀ ਟੀਚਰ ਕੋਲ ਜਾਂਦੇ ਹੋ ਜਾਂ ਗਣਿਤ ਦੇ ਟੀਚਰ ਕੋਲ ਜਾਂਦੇ ਹੋ ਜਾਂ ਟੈਨਿਸ ਕੋਚ ਕੋਲ ਵੀ ਜਾਂਦੇ ਹੋ, ਤਾਂ ਤੁਹਾਨੂੰ ਪਤਾ ਹੈ ਕਿ ਉਹ ਕੀ ਸਿਖਾਉਂਦੇ ਹਨ। ਗੁਰੂ ਕਿਸ ਵਿਸ਼ੇ ਦੀ ਸਿੱਖਿਆ ਦਿੰਦਾ ਹੈ? ਸਾਡੇ ਵਿੱਚੋਂ ਬਹੁਤ ਸਾਰੇ ਸੋਚਣਗੇ ਕਿ ਗੁਰੂ ਰੱਬ ਬਾਰੇ ਸਿਖਾਉਂਦਾ ਹੈ, ਪਰ ਮੈਂ ਸੋਚਦਾ ਹਾਂ ਕਿ ਗੁਰੂ ਸਾਨੂੰ ਸਾਡੇ ਬਾਰੇ ਸਿਖਾਉਂਦਾ ਹੈ। ਜਦੋਂ ਅਸੀਂ ਸਮਝਾਂਗੇ ਕਿ ਅਸੀਂ ਕੀ ਹਾਂ, ਤਾਂ ਹੀ ਅਸੀਂ ਸਮਝਾਂਗੇ ਕਿ ਰੱਬ ਕੀ ਹੈ ਨਾ? ਕਿਉਂਕਿ ਅਸੀਂ ਗੁਰਦੁਆਰੇ ਜਾਂਦੇ ਹਾਂ ਅਤੇ ਅਸੀਂ ਇਹ ਪੰਕਤੀਆਂ ਸੁਣਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਅਮੂਲ ਪਛਾਣ। ਹੇ ਮਨ, ਤੂੰ ਬ੍ਰਹਮਤਾ ਦਾ ਸਰੂਪ ਹੈ, ਬ੍ਰਹਮ ਪ੍ਰਕਾਸ਼ ਹੈ। ਪਹਿਲਾਂ ਆਪਣੇ ਆਪ ਨੂੰ ਪਛਾਣ। ਪਹਿਲਾਂ ਸਮਝੋ ਤੁਸੀਂ ਕੀ ਹੋ। ਇਸ ਲਈ ਅਸੀਂ ਸੋਚਦੇ ਹਾਂ ਕਿ ਅਸੀਂ ਇੱਕ ਮਨ ਹਾਂ, ਅਸੀਂ ਸੋਚਦੇ ਹਾਂ ਅਸੀਂ ਸਰੀਰ ਹਾਂ ਜਾਂ ਅਸੀਂ ਇੱਕ ਆਤਮਾ ਹਾਂ, ਪਰ ਅਸੀਂ ਅਸਲ ਵਿੱਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਨਹੀਂ ਸਮਝਦੇ। ਇਸ ਲਈ ਗੁਰੂ ਜੀ ਸਾਡੀ ਸਮਝ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਤਾਂ ਕੀ ਅਸੀਂ ਅੱਜ ਇਸ ਬਾਰੇ ਕੁਝ ਕਰਾਂਗੇ? ਆਓ ਕਰੀਏ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਆਪਣੀ ਕਾਪੀ ਜਾਂ ਜੋ ਵੀ ਤੁਹਾਡੇ ਹੱਥਾਂ ਵਿੱਚ ਹੈ ਨੀਚੇ ਰੱਖੋ। ਯਕੀਨੀ ਬਣਾਓ ਕਿ ਤੁਹਾਡੇ ਹੱਥਾਂ ਵਿੱਚ ਕੁਝ ਵੀ ਨਾ ਹੋਵੇ ਅਤੇ ਫਿਰ ਮੇਰੇ ਨਾਲ ਇੱਕ ਛੋਟਾ ਜਿਹਾ ਪ੍ਰਯੋਗ ਕਰੋ। ਯਾਦ ਰੱਖੋ ਕਿ ਗੁਰੂ ਜੀ ਕੀ ਕਰ ਰਹੇ ਹਨ। ਗੁਰੂ ਜੀ ਤੁਹਾਡੇ ਬਾਰੇ ਤੁਹਾਡੀ ਸਮਝ ਨੂੰ ਸੁਧਾਰ ਰਹੇ ਹਨ ਅਤੇ ਗੁਰੂ ਜੀ ਤੁਹਾਨੂੰ ਇਹ ਦਿਖਾ ਕੇ ਸ਼ੁਰੂ ਕਰਦੇ ਹਨ ਕਿ ਤੁਸੀਂ ਜਿੰਨਾ ਸੋਚਦੇ ਹੋ, ਤੁਸੀਂ ਆਪਣੇ ਆਲੇ ਦੁਆਲੇ ਦੇ ਸੰਸਾਰ ਨਾਲ ਉਸ ਤੋਂ ਕਿਤੇ ਵੱਧ ਜੁੜੇ ਹੋਏ ਹੋ। ਚਲੋ ਇਸ ਨੂੰ ਸਮਝੀਏ। ਆਪਣੀਆਂ ਅੱਖਾਂ ਬੰਦ ਕਰੋ। ਆਪਣੇ ਸਾਹ ਨੂੰ ਹੌਲੀ ਕਰਨ ਲਈ ਕੁਝ ਸਮਾਂ ਲਓ। ਅਤੇ ਆਪਣੇ ਸਾਹ ਲੈਣ ਵੱਲ ਧਿਆਨ ਦਿਓ। ਧਿਆਨ ਦਿਓ ਕਿ ਬਿਨਾਂ ਮਿਹਨਤ ਕੀਤੇ ਤੁਹਾਡਾ ਸਰੀਰ ਲਗਾਤਾਰ ਸਾਹ ਨਾਲ ਤਾਜ਼ੀ ਆਕਸੀਜਨ ਅੰਦਰ ਲੈ ਰਿਹਾ ਹੈ ਅਤੇ ਉਹ ਆਕਸੀਜਨ ਤੁਹਾਡੇ ਸਰੀਰ ਵਿੱਚ ਜਾ ਰਹੀ ਹੈ ਅਤੇ ਤੁਹਾਨੂੰ ਜ਼ਿੰਦਾ ਰੱਖ ਰਹੀ ਹੈ ਅਤੇ ਤੁਹਾਨੂੰ ਬਹੁਤ ਮਿਹਨਤ ਵੀ ਨਹੀਂ ਕਰਨੀ ਪਈ। ਸਰੀਰ ਤੁਹਾਡੇ ਲਈ ਇਹ ਕਰ ਰਿਹਾ ਹੈ। ਅਤੇ ਇਸ ਬਾਰੇ ਸੋਚਣ ਲਈ ਸਮਾਂ ਲਗਾਓ ਕਿ ਇਹ ਆਕਸੀਜਨ ਕਿੱਥੋਂ ਆਉਂਦੀ ਹੈ। ਉਹਨਾਂ ਸਾਰੇ ਰੁੱਖਾਂ ਬਾਰੇ ਸੋਚੋ ਜਿਨ੍ਹਾਂ ਨੇ ਤੁਹਾਡੇ ਸਾਹ ਲੈਣ ਲਈ ਇਹ ਆਕਸੀਜਨ ਬਣਾਈ ਹੈ। ਤੁਹਾਡੇ ਪਿਛਲੇ ਖਾਣੇ ਬਾਰੇ ਸੋਚੋ। ਉਹ ਸਾਰਾ ਭੋਜਨ ਕਿੱਥੋਂ ਆਇਆ? ਸਾਰੀ ਕੁਦਰਤ ਬਾਰੇ ਸੋਚੋ ਜੋ ਇਸ ਸਮੇਂ ਤੁਹਾਡੇ ਢਿੱਡ ਵਿੱਚ ਹੈ। ਤੁਸੀਂ ਉਸ ਵਿੱਚ ਸਾਹ ਲੈ ਰਹੇ ਹੋ ਜੋ ਰੁੱਖਾਂ ਨੇ ਬਣਾਇਆ ਹੈ ਅਤੇ ਤੁਸੀਂ ਉਹ ਖਾ ਰਹੇ ਹੋ ਜੋ ਧਰਤੀ ਨੇ ਤੁਹਾਨੂੰ ਦਿੱਤਾ ਹੈ। ਜੋ ਹਵਾ ਤੁਸੀਂ ਸਾਹ ਨਾਲ ਅੰਦਰ ਲੈ ਰਹੇ ਹੋ ਉਹ ਤੁਹਾਨੂੰ ਜ਼ਿੰਦਾ ਰੱਖਦੀ ਹੈ ਅਤੇ ਜੋ ਭੋਜਨ ਤੁਸੀਂ ਖਾਧਾ ਹੈ ਉਹ ਵੀ ਤੁਹਾਨੂੰ ਜ਼ਿੰਦਾ ਰੱਖਦਾ ਹੈ। ਤੁਹਾਨੂੰ ਜ਼ਿੰਦਾ ਰੱਖਣ ਲਈ ਕੁਦਰਤ ਤੁਹਾਨੂੰ ਬਹੁਤ ਕੁਝ ਦਿੰਦੀ ਹੈ। ਤੁਸੀਂ ਅਸਲ ਵਿੱਚ ਕੁਦਰਤ ਦਾ ਤੱਤ ਹੋ। ਤੁਸੀਂ ਅਸਲ ਵਿੱਚ ਰੁੱਖ ਦੀ ਹਵਾ ਅਤੇ ਧਰਤੀ ਦੇ ਭੋਜਨ ਦੇ ਕਾਰਨ ਜਿੰਦਾ ਹੋ। ਜਿਸ ਨੇ ਰੁੱਖਾਂ ਨੂੰ ਜ਼ਿੰਦਾ ਰੱਖਿਆ ਸੀ ਉਹੀ ਹੁਣ ਤੁਹਾਨੂੰ ਜ਼ਿੰਦਾ ਰੱਖ ਰਿਹਾ ਹੈ। ਤੁਸੀਂ ਇਸ ਸਮੇਂ ਇੱਥੇ ਨਹੀਂ ਹੋ ਸਕਦੇ ਜੇਕਰ ਸਾਰੀ ਕੁਦਰਤ ਤੁਹਾਡੇ ਨਾਲ ਨਾ ਜੁੜੀ ਹੋਵੇ।
ਉਹ ਜੀਵਨ ਊਰਜਾ ਜੋ ਤੁਹਾਡੇ ਅੰਦਰ ਹੈ, ਉਹੀ ਜੀਵਨ ਊਰਜਾ ਹੈ ਜੋ ਤੁਹਾਡੇ ਆਲੇ-ਦੁਆਲੇ ਦੀ ਕੁਦਰਤ ਵਿੱਚ ਹੈ। ਤੁਸੀਂ ਕੁਦਰਤ ਦਾ ਹੀ ਹਿੱਸਾ ਹੋ। ਅਸਲ ਵਿੱਚ ਇਹ ਕੁਦਰਤ ਹੀ ਤੁਹਾਡੇ ਸਰੀਰ ਦੀ ਮਾਲਕ ਹੈ। ਇਹ ਕੁਦਰਤ ਹੈ ਜੋ ਤੁਹਾਡੇ ਸਰੀਰ ਨੂੰ ਸੰਭਾਲਦੀ ਹੈ। ਇਹ ਕੁਦਰਤ ਹੈ ਜਿਸ ਨੇ ਤੁਹਾਡੇ ਸਰੀਰ ਨੂੰ ਬਣਾਇਆ ਹੈ। ਕਿਉਂਕਿ ਤੁਸੀਂ ਕੁਦਰਤ ਦੀ ਮਦਦ ਤੋਂ ਬਿਨਾਂ ਆਪਣੇ ਸਰੀਰ ਨੂੰ ਜ਼ਿੰਦਾ ਨਹੀਂ ਰੱਖ ਸਕਦੇ। ਇਸ ਲਈ ਕੁਝ ਲੰਬੇ ਸਾਹ ਲਓ ਅਤੇ ਜਦੋਂ ਤੁਸੀਂ ਤਿਆਰ ਹੋਵੋ, ਆਪਣੇ ਆਪ ਨੂੰ ਕਮਰੇ ਵਿੱਚ ਵਾਪਸ ਲਿਆਓ। ਤੁਹਾਡਾ ਸੰਬੰਧ ਇੱਥੋਂ ਤੱਕ ਕਿ ਤੁਹਾਡੇ ਆਲੇ-ਦੁਆਲੇ ਦੀ ਹਵਾ ਨਾਲ ਵੀ ਇੰਨਾ ਡੂੰਘਾ ਹੈ ਕਿ ਅਸੀਂ ਇਸ ਗੱਲ ਦੀ ਕਦਰ ਕਰਨ ਲਈ ਇੱਕ ਪਲ ਵੀ ਨਹੀਂ ਲਗਾਉਂਦੇ ਕਿ ਬ੍ਰਹਿਮੰਡ ਜੋ ਛੱਡਦਾ ਹੈ, ਤੁਸੀਂ ਉਸ ਨੂੰ ਅੰਦਰ ਲੈਂਦੇ ਹੋ। ਜਦੋਂ ਤੁਸੀਂ ਸਾਹ ਛੱਡਦੇ ਹੋ, ਬ੍ਰਹਿਮੰਡ ਉਸ ਨੂੰ ਅੰਦਰ ਲੈਂਦਾ ਹੈ। ਅਤੇ ਜਦੋਂ ਤੁਸੀਂ ਰੱਬ ਨੂੰ ਲੱਭਣ ਜਾਂ ਅੰਦਰ ਜੁੜਨ ਬਾਰੇ ਗੱਲ ਕਰਦੇ ਹੋ, ਤਾਂ ਉਹ ਰੱਬ ਤੁਹਾਡੇ ਅੰਦਰ ਹੀ ਹੈ। ਇਹ ਤੁਹਾਡੇ ਅੰਦਰ ਹੀ ਹੈ। ਤੁਸੀਂ ਅਤੇ ਰੱਬ ਜੁੜੇ ਹੋਏ ਹੋ। ਤੁਸੀਂ ਇਸ ਤੋਂ ਵੱਖ ਨਹੀਂ ਕੀਤੇ ਜਾ ਸਕਦੇ। ਤੁਹਾਡਾ ਸਰੀਰ ਧਰਤੀ ਦੇ ਤੱਤਾਂ ਤੋਂ ਬਣਿਆ ਹੈ। ਜਿਸ ਨੂੰ ਤੁਸੀਂ ਆਪਣਾ ਸਰੀਰ ਸਮਝਦੇ ਹੋ, ਉਹ ਤੁਹਾਡਾ ਸਰੀਰ ਨਹੀਂ ਹੈ। ਕੋਸ਼ਿਸ਼ ਕਰੋ ਤੇ ਆਪਣੇ ਆਪ ਇਸ ਦੀ ਦੇਖਭਾਲ ਕਰਨ ਬਾਰੇ ਸੋਚੋ। ਜੇਕਰ ਤੁਹਾਨੂੰ ਆਪਣੀ ਮਿਹਨਤ ਦੇ ਆਧਾਰ ਤੇ ਸਾਹ ਲੈਣਾ ਪਵੇ, ਤਾਂ ਅਸੀਂ ਸਾਰੇ ਮਾਰੇ ਗਏ ਹੁੰਦੇ, ਕਿਉਂਕਿ ਅਸੀਂ ਇਹ ਵੀ ਯਾਦ ਨਹੀਂ ਰੱਖਦੇ ਕਿ ਅਸੀਂ ਆਪਣੀਆਂ ਚਾਬੀਆਂ ਕਿੱਥੇ ਰੱਖੀਆਂ ਹਨ। ਅਸੀਂ ਦਿਨ ਦੇ 24 ਘੰਟੇ ਸਾਹ ਕਿਵੇਂ ਯਾਦ ਰੱਖਾਂਗੇ? ਇਸ ਲਈ ਤੁਹਾਡਾ ਸਰੀਰ ਅਤੇ ਤੁਸੀਂ ਜੁੜੇ ਹੋਏ ਹੋ। ਤੁਹਾਡਾ ਸਰੀਰ ਅਤੇ ਕੁਦਰਤ ਜੁੜੇ ਹੋਏ ਹਨ। ਤੁਸੀਂ ਅਤੇ ਕੁਦਰਤ ਅਸਲ ਵਿੱਚ ਇੱਕੋ ਚੀਜ਼ ਹੋ। ਅਤੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇੱਥੇ ਹੋ ਕੀ ਰਿਹਾ ਹੈ। ਅਸੀਂ ਆਪਣੇ ਬਾਰੇ ਅਤੇ ਇਸ ਕੁਦਰਤ ਨਾਲ ਜੁੜਨ ਬਾਰੇ ਨਹੀਂ ਸੋਚਦੇ। ਇਸ ਲਈ ਸਾਰੇ ਆਪਣੇ ਫੋਨ ਦੁਬਾਰਾ ਕੱਢ ਲਓ। ਖਾਸ ਕਰਕੇ ਤੁਹਾਡੇ ਵਿੱਚ ਜਿਨ੍ਹਾਂ ਕੋਲ ਕਿਸੇ ਕਿਸਮ ਦੀ ਗੁਰਬਾਣੀ ਐਪ ਹੈ, ਜਿੱਥੇ ਤੁਸੀਂ ਸ਼ਬਦ ਪੜ੍ਹ ਸਕਦੇ ਹੋ, ਅਨੁਵਾਦ ਪੜ੍ਹ ਸਕਦੇ ਹੋ। ਜੇਕਰ ਤੁਹਾਡੇ ਕੋਲ ਹੈ, ਜੇ ਨਹੀਂ ਤਾਂ ਮੈਂ ਇੱਕ ਸ਼ਬਦ ਦੀਆਂ ਕੁਝ ਲਾਈਨਾਂ ਪੜ੍ਹਨ ਜਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਮੇਰੇ ਨਾਲ ਪੜ੍ਹੋ। ਸਭ ਨੂੰ ਸਮਝ ਲੱਗ ਗਈ? ਇਸ ਲਈ ਇੱਕ ਸ਼ਬਦ ਹੈ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੜ੍ਹੋ। ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਤੁਸੀਂ ਪਹਿਲੇ ਅੱਖਰ ਨਾਲ ਸਰਚ ਸ਼ੁਰੂ ਕਰਦੇ ਹੋ। ਪਹਿਲੀ ਲਾਈਨ ਹੈ, ਸਰਬ ਜੀਆਂ ਸਿਰ ਲੇਖ ਤੂੰ ਰਾਹੂ, ਸੱਸਾ ਜੱਜਾ ਸੱਸਾ ਲੱਲਾ ਧੱਦਾ। ਆਓ ਇਸ ਸ਼ਬਦ ਨੂੰ ਵੇਖੀਏ, ਕਿਉਂਕਿ ਇਹ ਸਾਨੂੰ ਕੁਝ ਸਮਝਾਉਣ ਜਾ ਰਿਹਾ ਹੈ, ਜਿਸ ਬਾਰੇ ਮੈਨੂੰ ਲੱਗਦਾ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਅਸਲ ਵਿੱਚ ਪਹਿਲਾਂ ਸੋਚਿਆ ਨਹੀਂ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਦੁਆਰਾ ਰਾਗ ਸੋਰਠ ਮਹੱਲਾ ਪਹਿਲਾ, ਸਰਬ ਜੀਆਂ ਸਿਰ ਲੇਖ ਤੂੰ ਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਸਭ ਜੀਵਾਂ ਦੇ ਮੱਥੇ ਉੱਤੇ ਕਿਸਮਤ ਲਿਖੀ ਗਈ ਹੈ। ਹਰ ਕਿਸੇ ਲਈ ਕਹਾਣੀ ਲਿਖੀ ਹੋਈ ਹੈ। ਇਹ ਪੰਕਤੀ ਸਰਬ ਜੀਆਂ ਨਾਲ ਸ਼ੁਰੂ ਹੋ ਰਹੀ ਹੈ। ਸਾਰੇ ਜੀਵਾਂ ਦੇ ਸਿਰ ਉੱਤੇ, ਮੱਥੇ ਉੱਤੇ ਉਹਨਾਂ ਦੀ ਕਿਸਮਤ ਲਿਖੀ ਹੋਈ ਹੈ। ਉਹਨਾਂ ਲਈ ਇੱਕ ਕਹਾਣੀ ਲਿਖੀ ਹੋਈ ਹੈ। ਬਿਨ ਲੇਖੈ ਨਹੀਂ ਕੋਈ ਜੀਓ। ਕਹਾਣੀ ਤੋਂ ਬਿਨਾਂ ਕੋਈ ਨਹੀਂ। ਹਰ ਕਿਸੇ ਦੀ ਇੱਕ ਕਹਾਣੀ ਹੁੰਦੀ ਹੈ। ਹਰ ਇੱਕ ਦਾ ਅਤੀਤ ਹੁੰਦਾ ਹੈ। ਹਰ ਇੱਕ ਦਾ ਵਰਤਮਾਨ ਹੁੰਦਾ ਹੈ। ਹਰ ਇੱਕ ਦਾ ਕੋਈ ਅਤੀਤ ਹੁੰਦਾ ਹੈ ਜਿੱਥੋਂ ਉਹ ਆਏ ਹੁੰਦੇ ਹਨ, ਅਤੇ ਕੋਈ ਅਜਿਹਾ ਹੁੰਦਾ ਹੈ ਜਿਸ ਨਾਲ ਉਹ ਸੰਬੰਧਿਤ ਹਨ। ਹਰ ਇੱਕ ਦਾ ਇਤਿਹਾਸ ਹੈ। ਕੋਈ ਵੀ ਆਪਣੀ ਕਹਾਣੀ ਤੋਂ ਬਿਨਾਂ ਨਹੀਂ ਹੈ। ਅਤੇ ਮੈਂ ਜ਼ਿੰਦਗੀ ਨੂੰ ਇੱਕ ਕਹਾਣੀ ਵਾਂਗ ਸੋਚਣਾ ਪਸੰਦ ਕਰਦਾ ਹਾਂ। ਅਤੇ ਸਾਡੀ ਜੋ ਸਮੱਸਿਆ ਹੈ ਉਹ ਹੈ ਕਿ ਅਸੀਂ ਸਾਰੇ ਸੋਚਦੇ ਹਾਂ ਕਿ ਅਸੀਂ ਹੀਰੋ ਹਾਂ। ਅਸੀਂ ਸਾਰੇ ਸੋਚਦੇ ਹਾਂ ਕਿ ਅਸੀਂ ਕਹਾਣੀ ਦੇ ਕੇਂਦਰੀ ਇੱਕ ਪਾਤਰ ਹਾਂ। ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਪਰ ਅਸੀਂ ਸਾਰੇ ਇੱਕ ਕਹਾਣੀ ਜੀ ਰਹੇ ਹਾਂ। ਜਦੋਂ ਤੁਸੀਂ ਜ਼ਿੰਦਗੀ ਨੂੰ ਇੱਕ ਕਹਾਣੀ ਦੀ ਤਰ੍ਹਾਂ ਸੋਚਦੇ ਹੋ, ਤਾਂ ਕਈ ਵਾਰ ਇਸ ਨੂੰ ਨਜਿੱਠਣਾ ਥੋੜ੍ਹਾ ਆਸਾਨ ਹੋ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਖਰੀਦਦਾਰੀ ਦੀ ਲਾਈਨ ਵਿੱਚ ਖੜ੍ਹੇ ਹੁੰਦੇ ਹੋ, ਤਾਂ ਕੀ ਹੁੰਦਾ ਹੈ? ਇਹ ਸਿਰਫ ਕਹਾਣੀ ਹੁੰਦੀ ਹੈ। ਉਹ ਮੇਰੀ ਕਹਾਣੀ ਦੇ ਅਨੁਸਾਰ ਅੱਜ ਮੈਨੂੰ ਲੇਟ ਹੋਣਾ ਪਿਆ। ਤੁਸੀਂ ਦੇਖਦੇ ਹੋ ਕਿ ਕੀ ਹੁੰਦਾ ਹੈ। ਹੁਣ ਤੁਸੀਂ ਕਹਾਣੀ ਨੂੰ ਨਿਯੰਤਰਿਤ ਕਰਨਾ ਸ਼ੁਰੂ ਕਰ ਦਿੰਦੇ ਹੋ।
ਤੁਸੀਂ ਹੁਣ ਕਹਾਣੀ ਨੂੰ ਸ਼ੁਰੂ ਕਰ ਦਿੰਦੇ ਹੋ ਕਿ ਮੈਂ ਇਹ ਦੱਸਾਂਗਾ ਕਿ ਕਹਾਣੀ ਕੀ ਹੈ। ਮੇਰੀ ਆਗਿਆ ਤੋਂ ਬਿਨਾਂ ਮੈਂ ਆਪਣੇ ਮਨ ਨੂੰ ਸ਼ਿਕਾਇਤ ਨਹੀਂ ਕਰਨ ਦੇਵਾਂਗਾ। ਹਰ ਇੱਕ ਦੀ ਇੱਕ ਕਹਾਣੀ ਹੈ। ਕੋਈ ਵੀ ਆਪਣੀ ਕਹਾਣੀ ਤੋਂ ਬਿਨਾਂ ਜ਼ਿੰਦਾ ਨਹੀਂ ਹੈ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਹੁਣ ਇਹ ਇਸ ਵੱਡੀ ਚੀਜ਼ ਬਾਰੇ ਗੱਲ ਕਰਦਾ ਹੈ। ਉਹ ਆਪ ਇੱਕ ਕਹਾਣੀ ਰਚ ਰਿਹਾ ਹੈ। ਆਪ ਅਲੇਖ ਸਿਰਫ ਇੱਕ ਹੈ ਜਿਸ ਦੀ ਕੋਈ ਕਹਾਣੀ ਨਹੀਂ ਹੈ, ਅਤੇ ਉਹ ਹੈ ਇਸ ਕਹਾਣੀ ਦਾ ਲੇਖਕ। ਉਹ ਅਲੇਖ ਹੈ, ਉਸ ਦੀ ਆਪਣੀ ਕੋਈ ਕਹਾਣੀ ਨਹੀਂ ਲਿਖੀ ਜਾ ਰਹੀ। ਉਹ ਬ੍ਰਹਿਮੰਡ ਸਾਡੀ ਕਹਾਣੀ ਲਿਖ ਰਿਹਾ ਹੈ। ਪਰ ਬ੍ਰਹਿਮੰਡ ਦੀ ਕਹਾਣੀ ਕੌਣ ਲਿਖ ਰਿਹਾ ਹੈ? ਬ੍ਰਹਿਮੰਡ ਦੀ ਕਹਾਣੀ ਲਿਖਣ ਵਾਲਾ ਕੋਈ ਨਹੀਂ ਹੈ। ਬ੍ਰਹਿਮੰਡ ਲੇਖਕ ਹੈ। ਆਪ ਅਲੇਖ ਇੱਥੇ ਇੱਕ ਗੱਲ ਹੈ। ਧਿਆਨ ਦਿਓ, ਮੈਂ ਕਿਸ ਮੁੱਖ ਸ਼ਬਦ ਦੀ ਵਰਤੋਂ ਨਹੀਂ ਕਰ ਰਿਹਾ। ਉਹ ਕਿਹੜਾ ਸ਼ਬਦ ਹੈ ਜੋ ਮੈਂ ਨਹੀਂ ਵਰਤ ਰਿਹਾ? ਧੰਨਵਾਦ। ਮੈਂ ਇਸ ਸ਼ਬਦ ਰੱਬ ਨਾਲ ਅਸਹਿਮਤ ਹਾਂ। ਅਤੇ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਪਹਿਲਾਂ ਮੇਰੀਆਂ ਗੱਲਾਂ ਸੁਣੀਆਂ ਹਨ ਉਹਨਾਂ ਨੂੰ ਪਤਾ ਹੋਵੇਗਾ ਕਿਉਂ। ਕਿਉਂਕਿ ਜਿਵੇਂ ਹੀ ਤੁਸੀਂ ਇੱਕ ਰੱਬ ਬਾਰੇ ਗੱਲ ਕਰਦੇ ਹੋ, ਤੁਸੀਂ ਸੋਚਦੇ ਹੋ ਇੱਕ ਚਿੱਟੀ ਦਾੜੀ ਵਾਲਾ ਬੁੱਢਾ ਆਦਮੀ ਜੋ ਬੱਦਲਾਂ 'ਚ ਬੈਠਾ ਹੈ, ਅਤੇ ਸਾਨੂੰ ਸੈਂਟਾ ਕਲਾਜ਼ ਵਿੱਚ ਕੋਈ ਦਿਲਚਸਪੀ ਨਹੀਂ ਹੈ, ਹੈ ਨਾ? ਇਸ ਲਈ ਅਸੀਂ ਇੱਕ ਵੱਖਰੀ ਭਾਸ਼ਾ ਵਿੱਚ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ ਇੱਥੇ ਸਿੱਖਣ ਆਏ ਹਾਂ। ਜੇ ਤੁਸੀਂ ਇੱਥੇ ਸਿੱਖਣ ਆਏ ਹੋ, ਆਪਣੇ ਆਪ ਨੂੰ ਚੁਣੌਤੀ ਦੇਣ ਆਏ ਹੋ, ਤਾਂ ਤੁਸੀਂ ਇੱਥੇ ਕਹੋਗੇ, ਮੈਨੂੰ ਸ਼ਾਇਦ ਕੁਝ ਨਵਾਂ ਜਾਣਨ ਦੀ ਲੋੜ ਹੈ ਜੋ ਮੈਂ ਪਹਿਲਾਂ ਨਹੀਂ ਜਾਣਦਾ ਸੀ। ਨਹੀਂ ਤਾਂ ਵਿਦਿਆਰਥੀ ਕੀ ਹੋਇਆ? ਇੱਕ ਵਿਦਿਆਰਥੀ ਅਤੇ ਅਧਿਆਪਕ ਵਿੱਚ ਕੀ ਅੰਤਰ ਹੈ? ਅਧਿਆਪਕ ਵਿਸ਼ੇ ਨੂੰ ਜਾਣਦਾ ਹੈ। ਵਿਦਿਆਰਥੀ ਇਸ ਮਾਨਸਿਕਤਾ ਨਾਲ ਜਾਣਦਾ ਹੈ ਕਿ ਮੈਨੂੰ ਨਹੀਂ ਪਤਾ, ਮੈਨੂੰ ਹੋਰ ਜਾਣਨ ਦੀ ਲੋੜ ਹੈ। ਮੈਂ ਜੋ ਵੀ ਜਾਣਦਾ ਹਾਂ, ਮੈਂ ਉਸ ਵਿੱਚ ਸੁਧਾਰ ਕਰਨ ਲਈ ਤਿਆਰ ਹਾਂ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਭ ਜਾਣਦੇ ਹੋ, ਤਾਂ ਤੁਸੀਂ ਵਿਦਿਆਰਥੀ ਨਹੀਂ ਹੋ, ਫਿਰ ਤੁਸੀਂ ਅਧਿਆਪਕ ਹੋ। ਅਤੇ ਸਾਡਾ ਖਿਤਾਬ, ਤੁਹਾਨੂੰ ਜੋ ਖਿਤਾਬ ਦਿੱਤਾ ਗਿਆ ਹੈ, ਜੇਕਰ ਤੁਸੀਂ ਗੁਰੂ ਨੂੰ ਮੰਨਦੇ ਹੋ ਤਾਂ ਜੋ ਖਿਤਾਬ ਤੁਹਾਨੂੰ ਦਿੱਤਾ ਗਿਆ ਹੈ, ਤੁਸੀਂ ਹਮੇਸ਼ਾ ਲਈ ਵਿਦਿਆਰਥੀ ਹੋ। ਮੈਂ ਸਿੱਖ ਬਾਰੇ ਕੁਝ ਕਹਾਂ। ਸਿੱਖ ਹਮੇਸ਼ਾ ਵਿਦਿਆਰਥੀ ਹੁੰਦਾ ਹੈ। ਤੁਸੀਂ ਇੱਕ ਅਜਿਹੇ ਸਕੂਲ ਵਿੱਚ ਦਾਖਲਾ ਲਿਆ ਹੈ ਜਿੱਥੇ ਤੁਸੀਂ ਕਦੇ ਗ੍ਰੈਜੂਏਟ ਨਹੀਂ ਹੁੰਦੇ। ਤੁਹਾਨੂੰ ਕਦੇ ਵੀ ਇਸ ਸਕੂਲ ਤੋਂ ਗ੍ਰੈਜੂਏਟ ਹੋਣ ਦੀ ਇਜਾਜ਼ਤ ਨਹੀਂ, ਜਿਸ ਦਾ ਮਤਲਬ ਹੈ ਕਿ ਤੁਸੀਂ ਹਰ ਰੋਜ਼ ਇਸ ਸੋਚ ਨਾਲ ਜਾਂਦੇ ਹੋ, ਮੈਂ ਅੱਜ ਕੁਝ ਨਵਾਂ ਸਿੱਖ ਸਕਦਾ ਹਾਂ। ਅਤੇ ਜੋ ਮੈਂ ਅੱਜ ਕਹਿਣ ਜਾ ਰਿਹਾ ਹਾਂ ਉਹ ਇਹ ਹੈ ਕਿ ਆਓ ਰੱਬ ਸ਼ਬਦ ਦੀ ਵਰਤੋਂ ਕਰਨਾ ਬੰਦ ਕਰੀਏ। ਇਹ ਸਿਹਤਮੰਦ ਸ਼ਬਦ ਨਹੀਂ ਹੈ। ਇਹ ਉਪਯੋਗੀ ਸ਼ਬਦ ਨਹੀਂ ਹੈ। ਇਸ ਲਈ ਆਪ ਅਲੇਖ ਕੁਦਰਤ ਕਰ ਦੇਖੈ, ਇਹ ਸਿਸਟਮ ਹੈ ਜੋ ਕਹਾਣੀ ਲਿਖ ਰਿਹਾ ਹੈ। ਕੁਦਰਤ ਨਾਮ ਦਾ ਸਿਸਟਮ, ਕੁਦਰਤ ਸ਼ਬਦ ਆ ਗਿਆ ਹੈ। ਕੁਦਰਤ ਸਭ ਕੁਝ ਕਰ ਰਹੀ ਹੈ। ਹੁਕਮ ਚਲਾਏ ਸੋਈ ਜੀਓ। ਇਹ ਸਿਸਟਮ ਚਲਾ ਰਿਹਾ ਹੈ। ਜੋ ਕੁਦਰਤੀ ਸਿਸਟਮ ਚਲਾ ਰਿਹਾ ਹੈ, ਮੈਂ ਉਸ ਨੂੰ ਹੁਕਮ ਕਹਿੰਦਾ ਹਾਂ। ਅਸੀਂ ਸਾਰੇ ਉਸ ਸਿਸਟਮ ਦਾ ਹਿੱਸਾ ਹਾਂ। ਹਵਾ ਦਾ ਸਿਸਟਮ, ਰੁੱਖ ਸਾਹ ਲੈ ਰਹੇ ਹਨ, ਅਸੀਂ ਸਾਹ ਛੱਡ ਰਹੇ ਹਾਂ, ਰੁੱਖ ਸਾਹ ਲੈ ਰਹੇ ਹਨ। ਭੋਜਨ, ਜੀਵਨ, ਸੂਰਜ, ਇਹ ਸਭ ਕੁਦਰਤ ਹੈ ਅਤੇ ਅਸੀਂ ਇਸ ਦਾ ਹਿੱਸਾ ਹਾਂ। ਹੁਣ ਮੁੱਖ ਲਾਈਨ ਇਹ ਹੈ ਕਿ ਗੁਰੂ ਤੁਹਾਡੇ ਲਈ ਕੀ ਚਾਹੁੰਦਾ ਹੈ, ਅਤੇ ਅਸਲ ਵਿੱਚ ਅਸੀਂ ਸਾਰੇ ਆਪਣੇ ਆਪ ਤੋਂ ਕੀ ਚਾਹੁੰਦੇ ਹਾਂ। ਇੱਕ ਚੀਜ਼ ਕੀ ਹੈ ਜੋ ਅਸੀਂ ਸਾਰੇ ਜੀਵਨ ਵਿੱਚ ਲੱਭ ਰਹੇ ਹਾਂ? ਖੁਸ਼ੀ, ਹੈ ਨਾ? ਹਰ ਕੋਈ ਖੁਸ਼ੀ ਦੀ ਤਲਾਸ਼ ਕਰ ਰਿਹਾ ਹੈ। ਅਤੇ ਮੈਂ ਇਹ ਪੁੱਛ ਕੇ ਇਸ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਸੀ, ਅਸੀਂ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾ ਸਕਦੇ ਹਾਂ? ਸਾਨੂੰ ਇਹ ਖੁਸ਼ੀ ਕਿੱਥੋਂ ਮਿਲਦੀ ਹੈ? ਇਹ ਲਾਈਨ ਹੈ, ਹੇ ਮੇਰੇ ਮਨ, ਇਸ ਨੂੰ ਯਾਦ ਰੱਖੋ ਅਤੇ ਤੁਸੀਂ ਖੁਸ਼ ਰਹੋਗੇ। ਜਪੋ। ਜਪ ਦੇ ਦੋ ਅਰਥ ਹਨ, ਜਪਣਾ ਅਤੇ ਦੂਸਰਾ ਅਰਥ ਹੈ ਜਾਣਨਾ। ਜਾਣਨਾ। ਜਪੋ ਦਾ ਅਰਥ ਇੱਥੇ ਹੈ ਇਸ ਨੂੰ ਸਮਝਣਾ, ਇਸ ਕੁਦਰਤ ਦੇ ਸਿਸਟਮ ਨੂੰ ਜਾਣਨਾ। ਇਹ ਸਮਝਣ ਵਾਲੀ ਕਹਾਣੀ ਹੈ। ਅਤੇ ਸੁੱਖ ਹੋਈ ਅਤੇ ਤੁਸੀਂ ਖੁਸ਼ ਹੋਵੋਗੇ। ਤੁਸੀਂ ਸੋਚਦੇ ਹੋ ਕਿ ਇਹ ਸੌਖਾ ਲੱਗਦਾ ਹੈ, ਪਰ ਇਹ ਦਿਖਣ ਨਾਲੋਂ ਬਹੁਤਾ ਔਖਾ ਹੈ। ਅਹਨਿਸ ਗੁਰ ਕੇ ਚਰਨ ਸਰੇਵੋ, ਹਰ ਦਾਤਾ ਭੁਗਤਾ ਸੋਈ। ਦਿਨ ਅਤੇ ਰਾਤ ਗੁਰੂ ਦਾ ਪਾਠ ਸਿੱਖੋ। ਦਿਨ ਅਤੇ ਰਾਤ ਗੁਰੂ ਦੇ ਉਪਦੇਸ਼ ਨੂੰ ਯਾਦ ਕਰੋ। ਇਹ ਸਭ ਦੇਣ ਵਾਲੇ ਨੂੰ ਯਾਦ ਰੱਖੋ। ਇਹ ਸਿਸਟਮ ਜੋ ਤੁਹਾਨੂੰ ਸਭ ਕੁਝ ਦਿੰਦਾ ਹੈ,
ਉਸ ਹਵਾ ਨੂੰ ਯਾਦ ਰੱਖੋ ਜਿਸ ਵਿੱਚ ਤੁਸੀਂ ਸਾਹ ਲੈਂਦੇ ਹੋ, ਪਰ ਅਸੀਂ ਇਹ ਕਦੇ ਨਹੀਂ ਕਰਦੇ, ਹੈ ਨਾ? ਅਸੀਂ ਇਸ ਨੂੰ ਖਾਸ ਨਹੀਂ ਸਮਝਦੇ। ਹਵਾ ਜਿਸ ਵਿੱਚ ਅਸੀਂ ਸਾਹ ਲੈ ਰਹੇ ਹਾਂ, ਜੋ ਭੋਜਨ ਅਸੀਂ ਖਾਂਦੇ ਹਾਂ, ਅਸੀਂ ਉਸ ਬਾਰੇ ਸ਼ਿਕਾਇਤ ਵੀ ਕਰਦੇ ਹਾਂ, ਹੈ ਨਾ? ਗੁਰੂ ਜੀ ਕਹਿ ਰਹੇ ਹਨ, ਮੈਂ ਚਾਹੁੰਦਾ ਹਾਂ ਕਿ ਤੁਸੀਂ ਕਹਾਣੀ ਬਦਲੋ। ਜੋ ਤੁਸੀਂ ਕਰਦੇ ਹੋ ਉਸ ਨੂੰ ਨਾ ਬਦਲੋ। ਜੋ ਤੁਸੀਂ ਕਰ ਰਹੇ ਹੋ ਇਸ ਨੂੰ ਨਾ ਬਦਲੋ। ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਖੁਸ਼ ਹੋਣ ਲਈ ਜਲਦੀ ਉੱਠੋ। ਗੁਰੂ ਜੀ ਇਹ ਨਹੀਂ ਕਹਿੰਦੇ ਕਿ ਖੁਸ਼ ਰਹਿਣ ਲਈ ਆਪਣੇ ਵਾਲ ਵਧਾਓ। ਗੁਰੂ ਜੀ ਇਹ ਸਭ ਨਹੀਂ ਕਹਿ ਰਹੇ। ਗੁਰੂ ਜੀ ਨਹੀਂ ਕਹਿੰਦੇ ਕਿ ਖੁਸ਼ ਰਹਿਣ ਲਈ ਇਹ ਖਾਣਾ ਬੰਦ ਕਰੋ, ਇਹ ਪੀਣਾ ਛੱਡ ਦਿਓ। ਗੁਰੂ ਜੀ ਕਹਿ ਰਹੇ ਹਨ, ਬਸ ਸਮਝੋ, ਇਸ ਨੂੰ ਸਮਝੋ ਅਤੇ ਖੁਸ਼ੀ ਤੁਹਾਨੂੰ ਮਿਲੇਗੀ। ਬਾਕੀ ਸਭ ਕੁਝ ਬਾਅਦ ਵਿੱਚ ਆਵੇਗਾ। ਆਪਣੇ ਆਪ ਤੇ ਇੰਨਾ ਦਬਾਅ ਨਾ ਪਾਓ। ਬਸ ਇਸ ਨੂੰ ਸਮਝੋ। ਦਿਨ ਅਤੇ ਰਾਤ, ਇਹ ਪਹਿਲਾਂ ਹੀ ਇੱਕ ਵੱਡੀ ਚੁਣੌਤੀ ਹੈ। ਦਿਨ ਦੇ 24 ਘੰਟੇ ਇਸ ਨੂੰ ਯਾਦ ਰੱਖਣਾ। ਤੁਸੀਂ ਕਹੋਗੇ, ਹੇ ਮੇਰੇ ਰੱਬ, ਤੁਸੀਂ ਮੈਨੂੰ ਪਹਿਲਾਂ ਹੀ ਬਹੁਤ ਕੁਝ ਕਰਨ ਨੂੰ ਦਿੱਤਾ ਹੈ। ਮੈਂ ਹੋਰ ਕੁਝ ਨਹੀਂ ਸਿੱਖ ਸਕਦਾ। ਮੈਂ ਪਹਿਲਾਂ ਇੰਨਾ ਹੀ ਕਰਾਂਗਾ। ਮੈਨੂੰ ਇੱਕ ਵਾਰ ਸੁਣਾਈ ਗਈ ਇੱਕ ਸੁੰਦਰ ਕਹਾਣੀ ਯਾਦ ਹੈ, ਜਿੱਥੇ ਗੁਰੂ ਅਰਜਨ ਦੇਵ ਜੀ, 5ਵੇਂ ਗੁਰੂ, ਆਪਣੇ ਦਰਬਾਰ ਵਿੱਚ ਹਨ ਅਤੇ ਕੋਈ ਨਵਾਂ ਪੰਡਿਤ, ਇੱਕ ਬੁੱਧੀਮਾਨ ਵਿਦਵਾਨ, ਉਹਨਾਂ ਦੇ ਦਰਸ਼ਨ ਕਰਨ ਆਇਆ ਹੈ ਅਤੇ ਕਹਿਣ ਲੱਗਿਆ, ਗੁਰੂ ਜੀ, ਮੈਂ ਤੁਹਾਡੇ ਤੋਂ ਸਿੱਖਣ ਆਇਆ ਹਾਂ। ਮੈਨੂੰ ਪਾਠ ਸਿਖਾਓ। ਮੈਂ ਤੁਹਾਡੇ ਤੋਂ ਸਿੱਖਣਾ ਚਾਹੁੰਦਾ ਹਾਂ। ਗੁਰੂ ਜੀ ਕਹਿੰਦੇ ਹਨ, ਠੀਕ ਹੈ, ਪਰ ਤੁਹਾਨੂੰ ਵਾਪਸ ਆਉਂਦੇ ਰਹਿਣਾ ਪਏਗਾ। ਮੈਂ ਤੁਹਾਨੂੰ ਇੱਕ ਦਿਨ ਵਿੱਚ ਨਹੀਂ ਸਿਖਾ ਸਕਦਾ। ਤੁਹਾਨੂੰ ਨਿਯਮਿਤ ਤੌਰ ਤੇ ਆਉਣਾ ਪਏਗਾ। ਉਸਨੇ ਕਿਹਾ, ਗੁਰੂ ਜੀ, ਮੈਂ ਤਿਆਰ ਹਾਂ। ਮੈਂ ਤੁਹਾਡੇ ਤੋਂ ਸਿੱਖਣ ਲਈ ਤਿਆਰ ਹਾਂ। ਉਹਨਾਂ ਨੇ ਕਿਹਾ, ਠੀਕ ਹੈ, ਮੈਂ ਤੁਹਾਨੂੰ ਪਾਠ ਕਰਾਵਾਂਗਾ। ਚਲੋ ਸੁਖਮਨੀ ਸਾਹਿਬ ਨਾਲ ਸ਼ੁਰੂ ਕਰੀਏ। ਅਤੇ ਉਹ ਪਹਿਲੀ ਪੰਕਤੀ ਬੋਲਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਜਾਓ ਅਤੇ ਇਸ ਨੂੰ ਸਿੱਖੋ। ਸਿਮਰੋ 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 ਅਤੇ ਯਾਦ ਰੱਖੋ। ਯਾਦ ਰੱਖੋ ਅਤੇ ਇਹ ਯਾਦ ਰੱਖੋ, ਤੁਹਾਨੂੰ ਖੁਸ਼ੀ ਮਿਲੇਗੀ। ਯਕੀਨਨ ਪੰਡਿਤ ਚਲਾ ਜਾਂਦਾ ਹੈ ਅਤੇ ਕਹਿੰਦਾ ਹੈ, ਹਾਂ ਠੀਕ ਹੈ, ਇਹ ਠੀਕ ਲੱਗ ਰਿਹਾ ਹੈ। ਮੈਂ ਇਹ ਪਾਠ ਸਿੱਖ ਲਵਾਂਗਾ। ਬਹੁਤ ਸਮਾਂ ਜਾਂਦਾ ਹੈ ਅਤੇ ਉਹ ਕਦੇ ਵਾਪਸ ਨਹੀਂ ਆਉਂਦਾ। ਅਤੇ ਕਾਫੀ ਲੰਮੇ ਸਮੇਂ ਬਾਅਦ ਗੁਰੂ ਜੀ ਇੱਕ ਵਾਰ ਫਿਰ ਉਸ ਨੂੰ ਮਿਲਦੇ ਹਨ ਅਤੇ ਕਹਿੰਦੇ ਹਨ, ਤੂੰ ਮੇਰੇ ਕੋਲ ਵਾਪਸ ਆਉਣਾ ਸੀ, ਕੀ ਹੋਇਆ? ਉਸਨੇ ਕਿਹਾ, ਗੁਰੂ ਜੀ, ਜੋ ਪਹਿਲੀ ਲਾਈਨ ਤੁਸੀਂ ਦਿੱਤੀ ਸੀ, ਮੈਂ ਅਜੇ ਵੀ ਉਹ ਸਿੱਖ ਰਿਹਾ ਹਾਂ। ਮੈਂ ਅਜੇ ਵੀ ਇਸ ਗੱਲ ਤੇ ਕੰਮ ਕਰ ਰਿਹਾ ਹਾਂ ਕਿ ਕਿਵੇਂ ਖੁਸ਼ ਰਹਿਣਾ ਹੈ ਅਤੇ ਹਰ ਪਲ ਨੂੰ ਕਿਵੇਂ ਯਾਦ ਰੱਖਣਾ ਹੈ। ਇਸ ਲਈ ਇਸ ਪਾਠ ਨੂੰ ਪੜ੍ਹ ਕੇ ਅਸੀਂ ਸਮਝਦੇ ਨਹੀਂ ਹਾਂ, ਪਰ ਇਹ ਬਹੁਤ ਵੱਡੇ ਸਬਕ ਹਨ ਜੋ ਗੁਰੂ ਜੀ ਸਾਨੂੰ ਸਿਖਾ ਰਹੇ ਹਨ। ਦਿਨ ਰਾਤ ਇਸ ਨੂੰ ਸਮਝੋ। ਅੱਗੇ ਗੱਲ ਥੋੜ੍ਹੀ ਹੋਰ ਡੂੰਘੀ ਹੋ ਜਾਂਦੀ ਹੈ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨ ਦੂਜਾ ਕੋਈ ਜੀਓ। ਜੋ ਤੁਹਾਡੇ ਅੰਦਰ ਹੈ ਉਹੀ ਤੁਹਾਡੇ ਬਾਹਰ ਹੈ। ਇਸ ਨੂੰ ਦੋ ਵੱਖ-ਵੱਖ ਚੀਜ਼ਾਂ ਵਜੋਂ ਨਾ ਵੇਖੋ। ਮੈਨੂੰ ਇਹ ਗੱਲ ਦੁਬਾਰਾ ਸਪਸ਼ਟ ਕਰਨ ਦਿਓ। ਜੋ ਵੀ ਤੁਹਾਡੇ ਅੰਦਰ ਹੈ ਉਹੀ ਤੁਹਾਡੇ ਬਾਹਰ ਹੈ। ਇਹ ਦੋ ਵੱਖ-ਵੱਖ ਚੀਜ਼ਾਂ ਨਹੀਂ ਹਨ। ਗੁਰੂ ਦੇ ਅਨੁਸਾਰ ਤੁਹਾਨੂੰ ਅਤੇ ਤੁਹਾਡੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਦੋ ਚੀਜ਼ਾਂ ਵਜੋਂ ਨਹੀਂ ਵੇਖਿਆ ਜਾ ਸਕਦਾ। ਜੋ ਅੰਤਰ ਸੋ ਬਾਹਰ ਦੇਖੋ। ਤੁਸੀਂ ਆਪਣੇ ਬਾਰੇ ਜੋ ਵੀ ਸੋਚਦੇ ਹੋ, ਜਿਸ ਨਾਲ ਵੀ ਤੁਸੀਂ ਬਣੇ ਹੋ, ਮਨ, ਸਰੀਰ, ਆਤਮਾ, ਯਾਦਾਂ, ਵਿਚਾਰ, ਇਤਿਹਾਸ, ਭਾਸ਼ਾ, ਤੁਹਾਡੇ ਸਾਰੇ ਅਨੁਭਵ, ਤੁਹਾਡੇ ਸਾਰੇ ਸਦਮੇ, ਤੁਹਾਡੀ ਸਾਰੀਆਂ ਖੁਸ਼ੀਆਂ ਭਰੀਆਂ ਯਾਦਾਂ, ਹਰ ਚੀਜ਼ ਜੋ ਤੁਹਾਡੇ ਅੰਦਰ ਹੈ ਉਹ ਤੁਹਾਡੇ ਆਲੇ-ਦੁਆਲੇ ਵੀ ਹੈ ਅਤੇ ਤੁਹਾਡੇ ਹਰ ਪਾਸੇ ਹੈ। ਤੁਹਾਡੇ ਆਲੇ-ਦੁਆਲੇ ਦਾ ਸਭ ਕੁਝ, ਸਭ ਤੋਂ ਵੱਡੀਆਂ ਅਤੇ ਸਭ ਤੋਂ ਦੂਰ ਦੀਆਂ ਗਲੈਕਸੀਆਂ ਤੋਂ ਲੈ ਕੇ ਸਭ ਤੋਂ ਛੋਟੇ ਕੀੜੇ, ਮਕੌੜੇ ਅਤੇ ਬੈਕਟੀਰੀਆ ਤੱਕ, ਸਭ ਕੁਝ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਇਹ ਤੁਹਾਡੇ ਅੰਦਰ ਹੈ। ਹੁਣ ਗੁਰੂ ਜੀ ਸਾਨੂੰ ਸਮਝਾਉਣਾ ਸ਼ੁਰੂ ਕਰ ਰਹੇ ਹਨ, ਜੋ ਕਿ ਅਸਲ ਵਿੱਚ ਸਾਡੀ ਸਮਝ ਨੂੰ ਬਦਲ ਰਹੇ ਹਨ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨ ਦੂਜਾ ਕੋਈ ਜੀਓ। ਉਹਨਾਂ ਨੂੰ ਦੋ ਵੱਖਰੀਆਂ ਚੀਜ਼ਾਂ ਵਜੋਂ ਨਾ ਵੇਖੋ। ਇਹ ਦੋ ਨਹੀਂ ਹਨ, ਇਹ ਕੇਵਲ ਇੱਕ ਹੈ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ। ਗੁਰੂ ਦੇ ਉਪਦੇਸ਼ ਦੀ ਪਾਲਣਾ ਕਰੋ ਅਤੇ ਸਭ ਨੂੰ ਇੱਕ ਦੇ ਰੂਪ ਵਿੱਚ ਦੇਖੋ। ਏਕ ਦ੍ਰਿਸ਼ਟ ਕਰ ਦੇਖੋ, ਇੱਕ ਨਜ਼ਰ ਨਾਲ, ਇੱਕ ਅੱਖ ਨਾਲ ਦੇਖੋ ਕਿ ਤੁਸੀਂ ਕੀ ਹੋ ਅਤੇ ਬਾਕੀ ਸਭ ਕੁਝ ਨੂੰ ਵੀ ਇੱਕ ਅੱਖ ਨਾਲ ਦੇਖੋ। ਮਤਲਬ ਕਿ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਦੇਖੋ। ਘਟ-ਘਟ ਜੋਤ ਸਮੋਈ ਜੀਓ। ਸਾਡੇ ਹਰ ਇੱਕ ਵਿੱਚ ਇੱਕੋ ਹੀ ਚੀਜ਼ ਹੈ। ਇਹ ਸਾਡੇ ਦਿਮਾਗ ਨੂੰ ਥੋੜਾ ਸੋਚ ਵਿੱਚ ਪਾਏਗਾ। ਇਹ ਸੁਣਨ ਵਿੱਚ ਵਧੀਆ ਅਤੇ ਸੌਖਾ ਲੱਗਦਾ ਹੈ। ਮੈਂ ਸਮਝ ਗਿਆ, ਠੀਕ ਹੈ, ਏਕਤਾ ਸੁਣਨ ਵਿੱਚ ਵਧੀਆ ਲੱਗ ਰਿਹਾ ਹੈ। ਸਤਪਾਲ ਸਿੰਘ ਨੇ ਇਸ ਬਾਰੇ ਪਹਿਲਾਂ ਵੀ ਗੱਲ ਕੀਤੀ ਹੈ। ਮੈਂ ਉਹ ਵੀਡੀਓ ਪਹਿਲਾਂ ਵੀ ਸੁਣੀਆਂ ਹਨ, ਪਰ ਹੁਣ ਮੈਂ ਇਸ ਬਾਰੇ ਦੁਬਾਰਾ ਗੱਲ ਸ਼ੁਰੂ ਕਰ ਰਿਹਾ ਹਾਂ
ਮੈਂ ਰੁਕ ਕੇ ਇਸ ਗੱਲ ਤੇ ਜ਼ੋਰ ਪਾ ਰਿਹਾ ਹਾਂ ਕਿ ਤੁਸੀਂ ਸਮਝ ਗਏ ਹੋ। ਤੁਸੀਂ ਤੁਹਾਡੇ ਆਲੇ ਦੁਆਲੇ ਦੀ ਹਰ ਚੀਜ਼ ਵਾਂਗ ਹੀ ਹੋ। ਇਸ ਨੂੰ ਸਮਝਣ ਲਈ ਥੋੜ੍ਹਾ ਸਮਾਂ ਲਓ। ਤੁਸੀਂ ਇਸ ਕਮਰੇ ਦੀ ਹਰ ਚੀਜ਼ ਅਤੇ ਹਰ ਵਿਅਕਤੀ ਦੇ ਵਾਂਗ ਹੀ ਹੋ। ਜੇਕਰ ਇਹ ਬਹੁਤ ਸੰਕਲਪਿਕ ਹੈ ਅਤੇ ਸਮਝਣ ਲਈ ਬਹੁਤ ਔਖਾ ਹੈ, ਤਾਂ ਇਸ ਸਮੇਂ ਅਸੀਂ ਸਾਰੇ ਇੱਕੋ ਹਵਾ ਵਿੱਚ ਸਾਹ ਲੈ ਰਹੇ ਹਾਂ। ਇਹ ਵੀ ਸਾਨੂੰ ਸਾਰਿਆਂ ਨਾਲ ਜੋੜ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਆਪਸ ਵਿੱਚ ਜੋੜ ਰਹੀ ਹੈ। ਜਿਸ ਹਵਾ ਵਿੱਚ ਤੁਸੀਂ ਸਾਹ ਲੈ ਰਹੇ ਹੋ, ਤੁਹਾਡੇ ਨਾਲ ਵਾਲਾ ਵਿਅਕਤੀ ਵੀ ਉਸੇ ਹਵਾ ਵਿੱਚ ਸਾਹ ਲੈ ਰਿਹਾ ਹੈ। ਉਹੀ ਆਕਸੀਜਨ ਜੋ ਤੁਹਾਡੇ ਫੇਫੜਿਆਂ ਵਿੱਚ ਹੈ, ਉਹੀ ਆਕਸੀਜਨ ਤੁਹਾਡੇ ਨਾਲ ਵਾਲੇ ਵਿਅਕਤੀ ਵਿੱਚ ਹੈ ਅਤੇ ਉਹੀ ਤੁਹਾਡੇ ਆਲੇ ਦੁਆਲੇ ਸਾਰਿਆਂ ਦੇ ਅੰਦਰ ਹੈ। ਬਹੁਤ ਵਧੀਆ ਸਵਾਲ। ਇਸ ਲਈ ਸਵਾਲ ਇਹ ਹੈ, ਅਸੀਂ ਇਸ ਨੂੰ ਇੱਕ ਦੇ ਰੂਪ ਵਿੱਚ ਕਿਵੇਂ ਵੇਖ ਸਕਦੇ ਹਾਂ? ਅਸੀਂ ਇਸ ਨੂੰ ਸਿਧਾਂਤਕ ਤੌਰ ਤੇ ਸਮਝਣ ਦੇ ਨਾਲ-ਨਾਲ ਅਸਲ ਵਿੱਚ ਸਰੀਰਕ, ਮਾਨਸਿਕ ਤੌਰ ਤੇ ਅਤੇ ਇੱਕ ਦੇ ਰੂਪ ਵਿੱਚ ਕਿਵੇਂ ਦੇਖੀਏ? ਪਹਿਲਾ ਕੰਮ ਇਸ ਨੂੰ ਸੰਕਲਪਿਕ ਤੌਰ ਤੇ ਸਮਝਣਾ ਹੈ ਅਤੇ ਇਸ ਨੂੰ ਸੰਕਲਪਿਕ ਤੌਰ ਤੇ ਸਵੀਕਾਰ ਕਰਨਾ ਹੈ। ਇਹ ਪਹਿਲਾ ਕਦਮ ਹੈ ਅਤੇ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਇੰਨਾ ਵੀ ਨਹੀਂ ਕਰ ਪਾਉਂਦੇ। ਬਹੁਤੇ ਲੋਕ ਇਹ ਨਹੀਂ ਸਮਝਦੇ ਕਿ ਅਸੀਂ ਅਸਲ ਵਿੱਚ ਇੱਕੋ ਚੀਜ਼ ਹਾਂ। ਇਸ ਲਈ ਅਸੀਂ ਕੀ ਕਰਾਂਗੇ? ਅਸੀਂ ਇਸ ਕਮਰੇ ਵਿੱਚ ਵੇਖਾਂਗੇ ਅਤੇ ਕਹਾਂਗੇ ਇਸ ਕਮਰੇ ਵਿੱਚ 200 ਲੋਕ ਹਨ, ਪਰ ਸ਼ਾਇਦ ਗੁਰੂ ਜੀ ਕਹਿਣਗੇ ਨਹੀਂ, ਇਸ ਕਮਰੇ ਵਿੱਚ ਇੱਕ ਹੈ। ਇਸ ਕਮਰੇ ਵਿੱਚ ਸਿਰਫ ਇੱਕ ਚੀਜ਼ ਹੈ। ਹੁਣ ਸਵਾਲ ਇਹ ਬਣ ਜਾਂਦਾ ਹੈ ਕਿ ਤੁਹਾਡਾ ਮਨ ਆਪਣੇ ਆਪ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਆਪਣੇ ਬਾਰੇ ਸੋਚਦਾ ਹੈ? ਅਸੀਂ ਇਸ ਨੂੰ ਵਿਸਥਾਰ ਨਾਲ ਸਮਝਦੇ ਹਾਂ। ਤੁਹਾਡੀ ਕਹਾਣੀ ਕੀ ਕਹਿ ਰਹੀ ਹੈ? ਤੁਹਾਡੀ ਕਹਾਣੀ ਲਗਾਤਾਰ ਕਹਿ ਰਹੀ ਹੈ, ਮੈਂ ਹਾਂ ਅਤੇ ਮੈਂ ਸਭ ਤੋਂ ਮਹੱਤਵਪੂਰਨ ਵਿਅਕਤੀ ਹਾਂ ਅਤੇ ਬਾਕੀ ਸਭ ਉਹ ਕਰ ਸਕਦੇ ਹਨ ਜੋ ਉਹ ਚਾਹੁੰਦੇ ਹਨ। ਤੁਹਾਡਾ ਦਿਮਾਗ ਹਰ ਸਮੇਂ ਇਹੀ ਸੋਚਦਾ ਹੈ। ਜਦੋਂ ਤੁਸੀਂ ਟ੍ਰੈਫਿਕ ਵਿੱਚ ਫਸ ਜਾਂਦੇ ਹੋ ਤਾਂ ਹਮੇਸ਼ਾ ਪਹਿਲਾਂ ਜਾਣਾ ਚਾਹੁੰਦੇ ਹੋ। ਤੁਸੀਂ ਨਹੀਂ ਚਾਹੁੰਦੇ ਕਿ ਦੂਜਾ ਜਾਵੇ। ਤੁਸੀਂ ਲਾਈਨ ਦੇ ਅਖੀਰ ਵਿੱਚ ਹੁੰਦੇ ਹੋ ਤਾਂ ਲਾਈਨ ਤੋਂ ਅੱਗੇ ਜਾਣਾ ਚਾਹੁੰਦੇ ਹੋ। ਇਸ ਲਈ ਜਿਸ ਬਾਰੇ ਅਸੀਂ ਪਹਿਲਾਂ ਗੱਲ ਕੀਤੀ ਸੀ, ਤੁਹਾਡਾ ਮਨ ਨਿਰੰਤਰ ਆਪਣੇ ਆਪ ਬਾਰੇ ਉਹ ਕਹਾਣੀ ਸੋਚਦਾ ਹੈ, ਲਗਾਤਾਰ ਕਹਾਣੀ ਨੂੰ ਦੁਹਰਾਉਂਦਾ ਹੈ ਕਿ ਮੈਂ ਇਕੱਲਾ ਹਾਂ। ਗੁਰੂ ਜੀ ਦੀ ਤਕਨੀਕ ਜੋ ਅਸੀਂ ਹੁਣ ਸਮਝ ਰਹੇ ਹਾਂ, ਉਹ ਕਹਿੰਦੀ ਹੈ ਤੁਹਾਡਾ ਮਨ ਜੋ ਕਰ ਰਿਹਾ ਹੈ ਉਸ ਨੂੰ ਬਦਲੋ। ਅਤੇ ਇਸ ਬਾਰੇ ਅਸੀਂ ਹੁਣ ਅੱਗੇ ਗੱਲ ਕਰਾਂਗੇ। ਇਹ ਸਮਝਣਾ ਆਸਾਨ ਹੋ ਜਾਵੇਗਾ। ਇਸ ਲਈ ਤੁਹਾਡਾ ਮਨ ਜੋ ਕਹਿ ਰਿਹਾ ਹੈ ਉਸ ਨੂੰ ਬਦਲੋ। ਪਹਿਲਾਂ ਇਸ ਧਾਰਨਾ ਨੂੰ ਸਮਝੋ ਕਿ ਤੁਹਾਡੇ ਚਾਰੇ ਪਾਸੇ ਸਿਰਫ ਇੱਕ ਹੈ। ਅਗਲੀ ਪੰਕਤੀ ਦੇਖੋ। ਚਲਤੋ ਠਾਕ ਰੱਖੋ ਘਰ ਆਪਣੇ। ਤੁਹਾਡੇ ਭਟਕ ਰਹੇ ਮਨ ਨੂੰ ਘਰ ਵਿੱਚ ਵਾਪਸ ਲਿਆਓ। ਦੇਖੋ, ਗੁਰੂ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਨ। ਤੁਹਾਡਾ ਭਟਕਣ ਵਾਲਾ ਮਨ ਜੋ ਹਰ ਪਾਸੇ ਘੁੰਮਦਾ ਹੈ ਅਤੇ ਹਰ ਸਮੇਂ 100 ਵੱਖਰੀਆਂ ਚੀਜ਼ਾਂ ਬਾਰੇ ਚਿੰਤਾ ਕਰਦਾ ਹੈ, ਇਸ ਨੂੰ ਘਰ ਲਿਆਓ। ਚਲਤੋ ਠਾਕ ਰੱਖੋ ਘਰ ਆਪਣੇ। ਗੁਰ ਮਿਲਿਆ ਇਹ ਮਤ ਹੋਈ ਜੀਓ। ਤੁਸੀਂ ਸਿਰਫ ਇਹ ਕਰ ਸਕਦੇ ਹੋ। ਤੁਹਾਡਾ ਸਵਾਲ ਹੋਵੇਗਾ, ਮੈਂ ਇਹ ਕਿਵੇਂ ਕਰਾਂ? ਤਾਂ ਗੁਰੂ ਜੀ ਕਹਿੰਦੇ ਹਨ ਤੁਹਾਨੂੰ ਇਹ ਸਿੱਖਣ ਲਈ ਇੱਕ ਗੁਰੂ ਦੀ ਲੋੜ ਹੈ। ਜਦੋਂ ਤੁਸੀਂ ਗੁਰੂ ਨੂੰ ਮਿਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿਵੇਂ ਕਰਨਾ ਹੈ। ਇਸ ਲਈ ਗੁਰੂ ਜੀ ਤੁਹਾਨੂੰ ਕੋਈ ਹਿਦਾਇਤ ਦੇ ਕੇ ਇਹ ਨਹੀਂ ਕਹਿ ਰਹੇ ਕਿ ਤੁਸੀਂ ਚਲੇ ਜਾਓ ਅਤੇ ਆਪਣੇ ਆਪ ਤੇ ਛੱਡ ਦਿਓ। ਗੁਰੂ ਜੀ ਕਹਿ ਰਹੇ ਹਨ ਮੇਰੇ ਨਾਲ ਰਹੋ ਅਤੇ ਮੈਂ ਤੁਹਾਨੂੰ ਦੱਸਾਂਗਾ ਇਹ ਕਿਵੇਂ ਕਰਨਾ ਹੈ। ਦੇਖ ਅਦ੍ਰਿਸ਼ਟ ਰਹੋ ਬਿਸਮਾਦੀ। ਦੁੱਖ ਬਿਸਰੈ ਸੁਖ ਹੋਈ ਜੀਓ। ਉਹ ਦੇਖੋ ਜੋ ਤੁਸੀਂ ਹੁਣ ਤੱਕ ਨਹੀਂ ਦੇਖ ਸਕੇ। ਦੇਖ ਅਦ੍ਰਿਸ਼ਟ। ਉਹ ਦੇਖੋ ਜੋ ਤੁਸੀਂ ਹੁਣ ਤੱਕ ਨਹੀਂ ਦੇਖ ਸਕੇ। ਰਹੋ ਬਿਸਮਾਦੀ ਅਤੇ ਹੈਰਾਨ ਹੋ ਜਾਓ। ਇਸ ਸਮੇਂ ਇਸ ਕਮਰੇ ਵਿੱਚ ਕੁਝ ਹੈਰਾਨੀਜਨਕ ਹੈ ਅਤੇ ਅਸੀਂ ਇਸ ਨੂੰ ਦੇਖ ਨਹੀਂ ਰਹੇ ਹਾਂ। ਇੱਥੇ ਕੁਝ ਅਜਿਹਾ ਹੈ ਜੋ ਇਸ ਸਮੇਂ ਸਾਨੂੰ ਸਾਰਿਆਂ ਨੂੰ ਜੋੜਦਾ ਹੈ, ਪਰ ਇਹ ਸਾਨੂੰ ਦਿਖਾਈ ਨਹੀਂ ਦੇ ਰਿਹਾ। ਕਿਉਂ? ਕਿਉਂਕਿ ਸਾਡਾ ਮਨ ਆਪਣੀ ਕਹਾਣੀ ਸੁਣਾ ਰਿਹਾ ਹੈ। ਤੁਹਾਡਾ ਮਨ ਤੁਹਾਨੂੰ ਇਹ ਕਹਾਣੀ ਨਹੀਂ ਸੁਣਾ ਰਿਹਾ। ਤੁਹਾਡਾ ਮਨ ਹਰ ਸਮੇਂ ਤੁਹਾਡੇ ਲਈ ਇਹ ਨਹੀਂ ਪੜ੍ਹ ਰਿਹਾ। ਤੁਹਾਡਾ ਮਨ ਆਪਣੀ ਕਹਾਣੀ ਸੁਣਾ ਰਿਹਾ ਹੈ। ਮੈਂ ਸੋਚ ਰਿਹਾ ਹਾਂ ਇਹ ਕਦੋਂ ਖਤਮ ਕਰੇਗਾ। ਮੈਂ ਸੋਚ ਰਿਹਾ ਹਾਂ ਕਿ ਮੇਰੀ ਕਾਰ ਬਾਹਰ ਠੀਕ ਹੋਵੇਗੀ, ਜਾਂ ਕੀ ਮੈਂ ਓਵਨ ਬੰਦ ਕਰ ਦਿੱਤਾ ਸੀ, ਜਾਂ ਕੀ ਮੈਨੂੰ ਅੱਜ ਰਾਤ ਦਾ ਖਾਣਾ ਬਣਾਉਣ ਲਈ ਜ਼ਰੂਰੀ ਚੀਜ਼ਾਂ ਮਿਲ ਗਈਆਂ ਸਨ, ਜਾਂ ਕੀ ਮੈਂ ਬੱਚਿਆਂ ਨੂੰ ਲੈ ਕੇ ਜਾਣਾ ਹੈ। ਦੇਖੋ ਤੁਹਾਡਾ ਮਨ ਹਰ ਸਮੇਂ ਕਿੱਧਰ ਜਾ ਰਿਹਾ ਹੈ। ਤੁਹਾਡਾ ਭਟਕਦਾ ਮਨ। ਗੁਰੂ ਜੀ ਕਹਿ ਰਹੇ ਹਨ ਇਸ ਨੂੰ ਘਰ ਵਾਪਸ ਲਿਆਓ। ਇਸ ਸਮੇਂ ਇੱਥੇ ਕੁਝ ਹੈਰਾਨੀਜਨਕ ਹੈ ਅਤੇ ਤੁਸੀਂ ਇਸ ਨੂੰ ਨਹੀਂ ਦੇਖ ਰਹੇ ਕਿਉਂਕਿ ਤੁਹਾਡਾ ਮਨ ਅਤੀਤ ਵਿੱਚ ਜਾਂ ਭਵਿੱਖ ਵਿੱਚ ਹੈ। ਤੁਹਾਡਾ ਮਨ ਇੱਥੇ ਇਸ ਕਮਰੇ ਵਿੱਚ ਨਹੀਂ ਹੈ। ਹੋ ਸਕਦਾ ਹੈ ਇਹ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਿਹਾ ਹੋਵੇ।
ਜਾਂ ਇਹ ਸੈਂਡਵਿਚ ਬਣਾ ਰਿਹਾ ਹੋਵੇ ਪਰ ਇਹ ਇੱਥੇ ਨਹੀਂ ਹੈ। ਕੀ ਇਹ ਫੋਕਸ ਹੈ? ਇਹ ਫੋਕਸ ਨਾਲੋਂ ਕੁਝ ਅਲੱਗ ਹੈ ਕਿਉਂਕਿ ਫੋਕਸ ਸ਼ਬਦ ਦਾ ਅਰਥ ਇੱਕ ਚੀਜ਼ ਤੇ ਧਿਆਨ ਕੇਂਦਰਿਤ ਕਰਨਾ ਹੈ। ਅਸੀਂ ਕੀ ਕਹਿ ਰਹੇ ਹਾਂ? ਆਪਣੇ ਮਨ ਦੀ ਭਟਕਣ ਦੀ ਯੋਗਤਾ ਨੂੰ ਪਛਾਣੋ ਅਤੇ ਇਸ ਨੂੰ ਵਾਪਸ ਲਿਆਓ, ਇਸ ਨੂੰ ਘਰ ਲਿਆਓ, ਇਸ ਨੂੰ ਇੱਥੇ ਲਿਆਓ। ਇਸ ਲਈ ਇਹ ਇੱਕ ਚੀਜ਼ ਤੇ ਧਿਆਨ ਕੇਂਦਰਿਤ ਕਰਨ ਨਾਲੋਂ ਜ਼ਿਆਦਾ ਇੱਥੇ ਰਹਿਣ, ਆਪਣਾ ਮਨ ਇੱਥੇ ਰੱਖਣ ਬਾਰੇ ਹੈ। ਇਸ ਵੇਲੇ ਜੋ ਇੱਥੇ ਹੈ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਇਸ ਤੇ ਧਿਆਨ ਦਿਓ। ਧਿਆਨ ਦਿਓ ਕਿ ਤੁਸੀਂ ਇੱਥੇ ਹੋ ਅਤੇ ਤੁਹਾਡਾ ਦਿਮਾਗ ਸ਼ੁਰੂ ਵਿੱਚ ਕਹਿ ਸਕਦਾ ਹੈ, ਠੀਕ ਹੈ, ਫਿਰ ਕੀ ਜੇ ਮੈਂ ਇੱਥੇ ਹਾਂ? ਮੈਂ ਇੱਥੇ ਹੋ ਕੇ ਵੀ ਹੋਰ ਚੀਜ਼ਾਂ ਬਾਰੇ ਸੋਚ ਸਕਦਾ ਹਾਂ। ਮੇਰੇ ਕੋਲ ਪਲਾਨ ਕਰਨ ਲਈ ਬਹੁਤ ਚੀਜ਼ਾਂ ਹਨ। ਸਾਡਾ ਮਨ ਕੁਦਰਤੀ ਤੌਰ ਤੇ ਇਦਾਂ ਕਰਦਾ ਹੈ, ਤਾਂ ਕੀ ਹੋਇਆ? ਪਰ ਜਦੋਂ ਤੁਸੀਂ ਹੋਰ ਚੀਜ਼ਾਂ ਬਾਰੇ ਸੋਚਦੇ ਹੋ ਤਾਂ ਤੁਸੀਂ ਕੁਝ ਗੁਆ ਰਹੇ ਹੋ। ਜੋ ਹੈਰਾਨੀਜਨਕ ਚੀਜ਼ਾਂ ਇਸ ਸਮੇਂ ਇੱਥੇ ਹਨ, ਤੁਸੀਂ ਉਹ ਨਹੀਂ ਦੇਖ ਪਾ ਰਹੇ ਹੋ। ਗੁਰੂ ਜੀ ਕਹਿ ਰਹੇ ਹਨ, ਕੀ ਤੁਸੀਂ ਇਹ ਨਹੀਂ ਵੇਖ ਸਕਦੇ? ਕੀ ਤੁਸੀਂ ਨਹੀਂ ਦੇਖ ਸਕਦੇ ਕਿ ਜੋ ਤੁਸੀਂ ਲੱਭ ਰਹੇ ਹੋ ਉਹ ਇੱਥੇ ਹੈ? ਅਸੀਂ ਸਾਰੇ ਜ਼ਿੰਦਗੀ ਵਿੱਚ ਕੀ ਲੱਭ ਰਹੇ ਹਾਂ? ਖੁਸ਼ੀ। ਗੁਰੂ ਜੀ ਕਹਿ ਰਹੇ ਹਨ, ਕੀ ਤੁਸੀਂ ਉਹ ਨਹੀਂ ਦੇਖ ਸਕਦੇ ਜੋ ਮੈਂ ਦੇਖ ਰਿਹਾ ਹਾਂ? ਕਿਉਂਕਿ ਜੋ ਇੱਥੇ ਇਸ ਸਮੇਂ ਹੈ ਮੈਂ ਉਸ ਤੋਂ ਬਹੁਤ ਹੈਰਾਨ ਹਾਂ। ਜੇਕਰ ਤੁਸੀਂ ਆਪਣੀ ਸਾਹ ਲੈਣ ਦੀ ਪ੍ਰਕਿਰਿਆ ਵੱਲ ਧਿਆਨ ਦਿਓ ਅਤੇ ਇੱਕ ਹੋਰ ਸਾਹ ਲਓ ਅਤੇ ਸੋਚੋ, ਵਾਹ, ਮੈਂ ਸਾਹ ਲੈ ਰਿਹਾ ਹਾਂ। ਇਹ ਵੀ ਇੱਕ ਚਮਤਕਾਰ ਹੈ। ਜੇਕਰ ਤੁਸੀਂ ਇਸ ਬਾਰੇ ਸੋਚੋ ਤਾਂ ਇੱਕ ਚਮਤਕਾਰ ਹੈ। ਇਸ ਅਦਭੁਤ ਮਸ਼ੀਨ ਨੂੰ ਦੇਖੋ ਜੋ ਬਣਾਈ ਗਈ ਹੈ, ਜੋ ਆਪਣੇ ਆਪ ਚੱਲਦੀ ਹੈ, ਬਿਨਾਂ ਤਾਰਾਂ ਦੇ ਚੱਲ ਰਹੀ ਹੈ। ਇਹ ਵਾਇਰਲੈਸ ਹੈ ਅਤੇ ਇਹ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਬਹੁਤ ਸਾਰੇ ਕੰਮ ਕਰ ਸਕਦੀ ਹੈ। ਇਹ ਬੋਲ ਸਕਦੀ ਹੈ, ਇਹ ਖਾ ਸਕਦੀ ਹੈ, ਇਹ ਹਿੱਲ ਸਕਦੀ ਹੈ, ਇਹ ਟੈਨਿਸ ਖੇਡ ਸਕਦੀ ਹੈ, ਇਹ ਦੌੜ ਸਕਦੀ ਹੈ, ਇਹ ਨੱਚ ਸਕਦੀ ਹੈ, ਇਹ ਹੋਰ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੀ ਹੈ। ਤੁਸੀਂ ਇਸ ਲਈ ਕਿੰਨੇ ਪੈਸੇ ਦਿੱਤੇ ਹਨ? ਕੁਝ ਨਹੀਂ। ਇਹ ਬਹੁਤ ਵਧੀਆ ਹੈ ਨਾ? ਸਾਡੇ ਵਿੱਚੋਂ ਕੁਝ ਹੁਣ ਥੋੜੇ ਬਜ਼ੁਰਗ ਹੋ ਗਏ ਹਨ, ਉਹਨਾਂ ਨੂੰ ਅਪਗ੍ਰੇਡ ਦੀ ਲੋੜ ਹੈ। ਹੋ ਸਕਦਾ ਹੈ ਕਿਸੇ ਦਾ ਚੂਲਾ ਬਦਲਣ ਦੀ ਲੋੜ ਹੋਵੇ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇ, ਕੁਝ ਹਿੱਸਿਆਂ ਨੂੰ ਬਦਲਣ ਦੀ ਲੋੜ ਹੋਵੇ, ਪਰ ਫਿਰ ਵੀ ਇਹ ਬਹੁਤ ਸ਼ਾਨਦਾਰ ਹੈ। ਇਸ ਵਰਗਾ ਕੁਝ ਵੀ ਨਹੀਂ ਜੋ ਤੁਸੀਂ ਖਰੀਦ ਸਕੋ ਅਤੇ ਅਸੀਂ ਫਿਰ ਵੀ ਇਸ ਦੀ ਕਦਰ ਨਹੀਂ ਕਰਦੇ। ਅਤੇ ਕਿਉਂਕਿ ਤੁਸੀਂ ਇਸ ਦੀ ਕਦਰ ਨਹੀਂ ਕਰਦੇ, ਇਸ ਲਈ ਤੁਸੀਂ ਉਸ ਦੀ ਕੀਮਤ ਨਹੀਂ ਜਾਣਦੇ ਜੋ ਤੁਹਾਡੇ ਕੋਲ ਹੈ ਅਤੇ ਤੁਸੀਂ ਹਮੇਸ਼ਾ ਕੁਝ ਹੋਰ ਭਾਲਦੇ ਰਹਿੰਦੇ ਹੋ। ਇਸ ਲਈ ਤੁਹਾਡਾ ਮਨ ਹਮੇਸ਼ਾ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ। ਇਹ ਇੱਥੇ ਰੁਕ ਕੇ ਇਹ ਨਹੀਂ ਸੋਚਦਾ ਕਿ ਮੈਂ ਇਸ ਨਾਲ ਵੀ ਖੁਸ਼ ਹੋ ਸਕਦਾ ਹਾਂ ਜੋ ਇਸ ਸਮੇਂ ਮੇਰੇ ਕੋਲ ਹੈ। ਜੇ ਤੁਸੀਂ ਇਸ ਬਾਰੇ ਸੋਚੋ ਅਤੇ ਤੁਸੀਂ ਸਵਾਰਥੀ ਹੋ, ਜੇ ਤੁਸੀਂ ਆਪਣੇ ਸਰੀਰ ਨੂੰ ਮਾਮੂਲੀ ਸਮਝ ਰਹੇ ਹੋ, ਤਾਂ ਤੁਸੀਂ ਸੋਚਦੇ ਹੋ, ਹਾਂ, ਮੈਨੂੰ ਸਾਰੀ ਉਮਰ ਲਈ ਇਹ ਸਰੀਰ ਮਿਲਿਆ ਹੈ, ਕੋਈ ਵੱਡੀ ਗੱਲ ਨਹੀਂ। ਉਸ ਬਾਰੇ ਸੋਚੋ ਜਿਸ ਦੀ ਇੱਕ ਬਾਂਹ ਨਹੀਂ ਹੈ। ਉਹ ਤੁਹਾਨੂੰ ਪੁੱਛ ਸਕਦਾ ਹੈ, ਤੁਸੀਂ ਇਸ ਬਾਂਹ ਲਈ ਕਿੰਨੇ ਪੈਸੇ ਚਾਹੁੰਦੇ ਹੋ? ਮੈਨੂੰ ਦੇ ਦਿਓ, ਮੈਂ ਤੁਹਾਨੂੰ ਪੈਸੇ ਦੇਵਾਂਗਾ। ਤੁਸੀਂ ਇਸ ਲੱਤ ਲਈ ਕਿੰਨੇ ਪੈਸੇ ਚਾਹੁੰਦੇ ਹੋ? ਤੁਸੀਂ ਇਹਨਾਂ ਅੱਖਾਂ ਲਈ ਕਿੰਨੇ ਪੈਸੇ ਚਾਹੁੰਦੇ ਹੋ? ਅਤੇ ਫਿਰ ਤੁਸੀਂ ਸੋਚਦੇ ਹੋ, ਮੈਨੂੰ ਨਹੀਂ ਪਤਾ ਕਿ ਇਸ ਦਾ ਕੀ ਮੁੱਲ ਹੈ, ਮੈਂ ਇਸ ਦੀ ਕੀਮਤ ਨਹੀਂ ਲਾ ਸਕਦਾ। ਉਹ ਕਹੇਗਾ, ਨਹੀਂ, ਯਕੀਨਨ ਹਰ ਚੀਜ਼ ਦੀ ਕੀਮਤ ਹੈ। 1 ਮਿਲੀਅਨ, 5 ਮਿਲੀਅਨ, 10 ਮਿਲੀਅਨ, 100 ਮਿਲੀਅਨ। ਮੈਨੂੰ ਆਪਣੀਆਂ ਅੱਖਾਂ ਦੇ ਦਿਓ ਅਤੇ ਫਿਰ ਤੁਹਾਨੂੰ ਅਹਿਸਾਸ ਹੋਵੇਗਾ, ਵਾਹ, ਮੇਰੇ ਕੋਲ ਜੋ ਹੈ ਉਹ ਬਹੁਤ ਅਨਮੋਲ ਹੈ। ਪਰ ਤੁਹਾਡਾ ਮਨ ਅਜਿਹਾ ਨਹੀਂ ਕਰਦਾ। ਤੁਹਾਡਾ ਮਨ ਹਰ ਜਗ੍ਹਾ ਭਟਕਦਾ ਹੈ। ਇਸ ਨੂੰ ਵਾਪਸ ਲਿਆਓ। ਗੁਰੂ ਜੀ ਕਹਿ ਰਹੇ ਹਨ, ਕੀ ਤੁਸੀਂ ਇੱਥੇ ਜੋ ਹੈ ਉਹ ਨਹੀਂ ਦੇਖ ਸਕਦੇ? ਕੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੀ ਹੈ? ਰਹੋ ਬਿਸਮਾਦੀ, ਉਹ ਦੇਖ ਕੇ ਅਚੰਭਿਤ ਹੋਵੋ। ਆਪਣੇ ਦੁੱਖ ਭੁਲਾ ਕੇ ਹੁਣ ਖੁਸ਼ ਹੋਵੋ। ਦੁੱਖ ਬਿਸਰੈ, ਭੁੱਲ ਜਾਓ ਕਿ ਤੁਹਾਡਾ ਮਨ ਕੀ ਕਹਿ ਰਿਹਾ ਹੈ, ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ। ਤੁਹਾਡੇ ਕੋਲ ਜੋ ਹੈ ਉਹ ਇਸ ਸਮੇਂ ਬਹੁਤ ਹੈਰਾਨੀਜਨਕ ਹੈ। ਪੀਵੋ ਅਪਿਓ ਪਰਮ ਸੁਖ ਪਾਈਐ। ਇੱਥੇ ਜੋ ਹੈ ਉਸਦੇ ਅੰਮ੍ਰਿਤ ਨੂੰ ਪੀਓ। ਅੰਮ੍ਰਿਤ ਪੀਓ, ਜੂਸ ਪੀਓ, ਜੋ ਇਸ ਸਮੇਂ ਤੁਹਾਡੇ ਲਈ ਇੱਥੇ ਹੈ। ਜੀਵਨ ਦਾ ਰਸ, ਜੀਵਤ ਰਹਿਣ ਦਾ, ਮੌਜੂਦ ਰਹਿਣ ਦਾ, ਤੰਦਰੁਸਤ ਰਹਿਣ ਦਾ, ਯੋਗ ਸਰੀਰ ਦਾ, ਸੁਰੱਖਿਅਤ ਰਹਿਣ ਦਾ। ਤੁਸੀਂ ਸੁਰੱਖਿਅਤ ਹੋ, ਚੰਗੇ ਸਰੀਰ ਵਾਲੇ, ਚੰਗਾ ਖਾਣ ਵਾਲੇ ਅਤੇ ਚੰਗੇ ਕੱਪੜੇ ਪਹਿਨੇ ਹੋਏ ਹੋ। ਅਸੀਂ ਕਿੰਨੀਆਂ ਚੀਜ਼ਾਂ ਹੁਣੇ ਗਿਣੀਆਂ ਹਨ।
ਜੋ ਕਿ ਬਹੁਤੇ ਲੋਕਾਂ ਕੋਲ ਨਹੀਂ ਹਨ। ਤੁਹਾਡੇ ਕੋਲ ਜੋ ਕੁਝ ਹੈ ਉਸ ਤੋਂ ਹੈਰਾਨ ਹੋਵੋ, ਅੰਮ੍ਰਿਤ ਪੀਓ, ਜੀਵਨ ਦਾ ਉਹ ਅਦਭੁਤ ਰਸ ਜੋ ਤੁਹਾਡੇ ਕੋਲ ਇਸ ਸਮੇਂ ਹੈ। ਪਰਮ ਸੁਖ ਪਾਈਐ ਅਤੇ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ ਜੋ ਤੁਸੀਂ ਲੱਭ ਰਹੇ ਹੋ। ਜੇਕਰ ਮੈਂ ਇਸ ਸ਼ਬਦ ਦਾ ਗਲਤ ਅਨੁਵਾਦ ਕਰ ਰਿਹਾ ਹਾਂ ਤਾਂ ਕਿਰਪਾ ਕਰਕੇ ਮੈਨੂੰ ਦੱਸੋ, ਠੀਕ ਹੈ? ਮੈਂ ਕੀ ਕਰ ਰਿਹਾ ਹਾਂ? ਮੈਂ ਇਸ ਨੂੰ ਸ਼ਾਬਦਿਕ ਤੌਰ ਤੇ ਤੋੜ ਰਿਹਾ ਹਾਂ ਤਾਂ ਜੋ ਤੁਸੀਂ ਦੇਖ ਸਕੋ ਕਿ ਗੁਰਬਾਣੀ ਕਿਵੇਂ ਗੱਲ ਨੂੰ ਸਮਝਾ ਰਹੀ ਹੈ। ਇਹ ਸਾਰਾ ਇੱਕ ਸ਼ਬਦ ਹੈ। ਇਹ 50 ਸ਼ਬਦ ਨਹੀਂ ਹਨ, ਪਰ ਇਸ ਵਿੱਚ ਹੀ ਬਹੁਤ ਸਬਕ ਹਨ। ਜੇ ਤੁਸੀਂ ਇਸ ਨੂੰ ਪੜ੍ਹੋ, ਸਿਰਫ ਇੱਕ ਸ਼ਬਦ ਨੂੰ ਲਓ, ਤਾਂ ਤੁਸੀਂ ਸੋਚੋਗੇ, ਓ ਵਾਹ, ਇਹ ਇੱਕ ਸ਼ਬਦ ਵਿੱਚ ਵੀ ਬਹੁਤ ਕੁਝ ਸਿੱਖਣ ਵਾਲਾ ਹੈ। ਇੱਕ ਸ਼ਬਦ ਹੈ ਨਾ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਇਦ 5 ਜਾਂ 10,000 ਸ਼ਬਦ ਹਨ। ਇਹ ਤੁਹਾਡਾ ਮੈਨੂਅਲ ਹੈ। ਦੁਨੀਆ ਦੇ ਸਾਰੇ ਸੁਰੱਖਿਅਤ ਰੱਖੇ ਹੋਏ ਰਾਜ ਇਸ ਵਿੱਚ ਹਨ। ਇਸ ਤੱਤ ਨੂੰ ਪੀਓ, ਪਰਮ ਸੁਖ ਪਾਈਐ ਅਤੇ ਪਰਮ ਸੁਖ ਪਾਓ। ਨਿਜ ਘਰ ਵਾਸਾ ਹੋਈ ਜੀਓ। ਇਹ ਤੁਹਾਡੇ ਆਪਣੇ ਘਰ ਵਿੱਚ ਹੈ। ਤੁਸੀਂ ਖੁਸ਼ੀ ਲਈ ਕਿੱਥੇ ਜਾਣਾ ਹੈ? ਜੋ ਤੁਹਾਡੇ ਕੋਲ ਹੈ ਉਸ ਦੀ ਥਾਂ ਲੈਣ ਲਈ ਤੁਸੀਂ ਕੀ ਖਰੀਦ ਸਕਦੇ ਹੋ? ਇਹ ਇੱਥੇ ਹੈ, ਇਹ ਆਪਣੇ ਘਰ ਵਿੱਚ। ਜਨਮ ਮਰਨ ਭਉ ਭੰਜਨ ਗਾਈਐ। ਜਦੋਂ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਤੁਸੀਂ ਡਰ ਤੋਂ ਛੁਟਕਾਰਾ ਪਾ ਲੈਂਦੇ ਹੋ। ਤੁਸੀਂ ਮਰਨ ਦੀ ਚਿੰਤਾ ਵੀ ਨਹੀਂ ਕਰਦੇ, ਕਿਉਂਕਿ ਮਰਨਾ ਬਸ ਇਹ ਸਮਝਣਾ ਹੈ ਕਿ ਮੈਨੂੰ ਇਹ ਜੀਵਨ ਮੁਫਤ ਵਿੱਚ ਦਿੱਤਾ ਗਿਆ ਹੈ, ਪਰ ਇਹ ਕਿਰਾਏ ਤੇ ਹੈ। ਕਿਸੇ ਸਮੇਂ ਮੈਨੂੰ ਇਸ ਨੂੰ ਵਾਪਸ ਦੇਣਾ ਪਏਗਾ, ਹੈ ਨਾ? ਇੱਥੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਜੋ ਅਸੀਂ ਕਿਰਾਏ ਤੇ ਲੈਂਦੇ ਹਾਂ। ਜਦੋਂ ਅਸੀਂ ਛੋਟੇ ਹੁੰਦੇ ਸੀ, ਅਸੀਂ ਬਲੌਕਬਸਟਰ ਵੀਡੀਓ ਕਿਰਾਏ ਤੇ ਦੇਖਦੇ ਸੀ। ਸਾਡੇ ਬੱਚਿਆਂ ਨੂੰ ਹੁਣ ਇਹਨਾਂ ਚੀਜ਼ਾਂ ਬਾਰੇ ਪਤਾ ਵੀ ਨਹੀਂ ਹੈ। ਤੁਹਾਨੂੰ ਕੁਝ ਸਮਾਨ ਕਿਰਾਏ ਤੇ ਲੈਣਾ ਪੈਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਲਾਇਬ੍ਰੇਰੀ ਕੀ ਹੁੰਦੀ ਹੈ। ਪਰ ਵਿਚਾਰ ਇਹ ਹੈ ਕਿ ਸਰੀਰ ਉਧਾਰ ਲਿਆ ਗਿਆ ਹੈ ਅਤੇ ਕਿਰਾਏ ਤੇ ਹੈ। ਤੁਸੀਂ ਲਾਇਬ੍ਰੇਰੀ ਜਾਂਦੇ ਹੋ, ਤੁਹਾਡੇ ਤੋਂ ਕਿਤਾਬ ਦੇ ਪੈਸੇ ਨਹੀਂ ਲੈਂਦੇ, ਪਰ ਤੁਹਾਨੂੰ ਸਿਰਫ ਇੱਕ ਕੀਮਤ ਅਦਾ ਕਰਨੀ ਪੈਂਦੀ ਹੈ ਕਿ ਇਹ ਵਾਪਸ ਦੇਣੀ ਪੈਂਦੀ ਹੈ। ਇਹ ਸਰੀਰ ਉਧਾਰ ਲਿਆ ਗਿਆ ਹੈ, ਇਹ ਲੀਜ਼ ਤੇ ਹੈ, ਇਹ ਸੀਮਤ ਸਮੇਂ ਲਈ ਹੈ, ਪਰ ਤੁਹਾਨੂੰ ਇਸ ਲਈ ਕੁਝ ਦੇਣ ਦੀ ਲੋੜ ਨਹੀਂ ਹੈ। 0%, 0 ਫੀਸ, 0% ਵਿਆਜ। ਪਰ ਸਮਾਂ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਇਸ ਨੂੰ ਵਾਪਸ ਦੇਣਾ ਪਵੇਗਾ। ਇਸ ਲਈ ਜਦੋਂ ਤੁਸੀਂ ਇਹ ਸਮਝ ਲਓਗੇ ਤਾਂ ਤੁਸੀਂ ਮਰਨ ਤੋਂ ਨਹੀਂ ਡਰੋਗੇ। ਅਤੇ ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਤਾਂ ਤੁਹਾਡੇ ਮਨ ਵਿੱਚੋਂ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ। ਤੁਸੀਂ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਹੋ ਕਿ ਉਹ ਮੈਨੂੰ ਬਾਰ-ਬਾਰ ਜਨਮ ਲੈਣਾ ਪਏਗਾ ਤੇ ਪੁਨਰ ਜਨਮ ਹੁੰਦਾ ਹੈ। ਕੱਲ੍ਹ ਅਸੀਂ ਇਸ ਸਵਾਲ ਬਾਰੇ ਚਰਚਾ ਕੀਤੀ ਸੀ। ਮੈਂ ਆਪਣੇ ਕੁਝ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਕਿ ਪੁਨਰ ਜਨਮ ਕੀ ਹੈ, ਅਤੇ ਮੈਂ ਕਿਹਾ, ਮੈਨੂੰ ਨਹੀਂ ਪਤਾ ਕਿ ਆਪਣੇ ਪਿਛਲੇ ਜਨਮ ਵਿੱਚ ਇੱਕ ਚੂਹਾ ਸੀ ਜਾਂ ਘੋੜਾ ਸੀ ਜਾਂ ਇੱਕ ਰਾਜਾ ਸੀ ਜਾਂ ਇੱਕ ਭਿਖਾਰੀ ਸੀ। ਮੈਂ ਨਹੀਂ ਜਾਣਦਾ, ਪਰ ਮੈਂ ਜਾਣਦਾ ਹਾਂ ਕਿ ਮੈਨੂੰ ਇਸ ਸਮੇਂ ਇਹ ਪਰੇਸ਼ਾਨ ਨਹੀਂ ਕਰਦਾ, ਕਿਉਂਕਿ ਮੈਨੂੰ ਆਪਣਾ ਪਿਛਲਾ ਜਨਮ ਯਾਦ ਨਹੀਂ ਹੈ ਅਤੇ ਸੰਭਾਵਨਾ ਹੈ ਕਿ ਮੈਨੂੰ ਅਗਲੇ ਜਨਮ ਵਿੱਚ ਇਹ ਜਨਮ ਵੀ ਯਾਦ ਨਹੀਂ ਰਹੇਗਾ। ਜੇ ਮੇਰੇ ਕੋਲ YouTube ਨਹੀਂ ਹੋਈ ਤਾਂ ਮੈਂ ਪਿੱਛੇ ਜਾ ਕੇ ਜਾਂਚ ਨਾ ਕਰ ਸਕਿਆ ਤਾਂ, ਹੈ ਨਾ? ਇਸ ਲਈ ਤੁਸੀਂ ਆਪਣੇ ਅਤੀਤ ਬਾਰੇ ਚਿੰਤਾ ਨਾ ਕਰੋ, ਤੁਸੀਂ ਮਰਨ ਬਾਰੇ ਚਿੰਤਾ ਨਾ ਕਰੋ, ਤੁਸੀਂ ਪੁਨਰ ਜਨਮ ਬਾਰੇ ਚਿੰਤਾ ਨਾ ਕਰੋ, ਜਾਂ ਕੀ ਮੈਂ ਸਵਰਗ ਵਿੱਚ ਜਾਵਾਂਗਾ ਜਾਂ ਮੈਂ ਨਰਕ ਵਿੱਚ ਜਾਵਾਂਗਾ। ਆਓ ਇਸ ਬਾਰੇ ਚਿੰਤਾ ਨਾ ਕਰੀਏ, ਕਿਉਂਕਿ ਇਹ ਕੀ ਹੈ? ਮਨ ਫਿਰ ਕਿਤੇ ਹੋਰ ਭਟਕ ਰਿਹਾ ਹੈ ਅਤੇ ਗੁਰੂ ਜੀ ਨੇ ਕਿਹਾ, ਇਸ ਵਿਚਾਰ ਨੂੰ ਲਿਆਓ, ਇਸ ਨੂੰ ਘਰ ਵਿੱਚ ਲਿਆਓ, ਕਿਉਂਕਿ ਇੱਥੇ ਇਸ ਸਮੇਂ ਕੁਝ ਹੈਰਾਨੀਜਨਕ ਹੋ ਰਿਹਾ ਹੈ। ਇਹ ਇਸ ਸ਼ਬਦ ਦੀ ਸਭ ਤੋਂ ਡੂੰਘੀ ਪੰਕਤੀ ਹੈ ਜਿਸ ਬਾਰੇ ਸਿੱਖ ਪਰੰਪਰਾ ਦੇ ਬਹੁਤੇ ਲੋਕਾਂ ਨੇ ਪੂਰੀ ਤਰ੍ਹਾਂ ਸੋਚਣਾ ਛੱਡ ਦਿੱਤਾ ਹੈ, ਪਰ ਗੁਰਬਾਣੀ ਨੇ ਹਮੇਸ਼ਾ ਇਸ ਤਰੀਕੇ ਨੂੰ ਸਵੀਕਾਰ ਕੀਤਾ ਹੈ। ਤਤ ਨਿਰੰਜਨ ਜੋਤ ਸਬਾਈ, ਸੋਹੰ ਭੇਦ ਨ ਕੋਈ ਜੀਓ। ਇੱਥੇ ਇੱਕ ਵੈਦਿਕ ਸ਼ਬਦ ਵਰਤਿਆ ਗਿਆ ਹੈ, ਸੋਹੰ। ਮੈਂ ਉਹ ਹਾਂ, ਮੈਂ ਹੀ ਪਰਮੇਸ਼ਰ ਹਾਂ, ਮੈਂ ਹੀ ਉਹ ਬ੍ਰਹਮ ਹਸਤੀ ਹਾਂ। ਤਤ ਨਿਰੰਜਨ ਜੋਤ ਸਬਾਈ, ਉਹ ਅਦਿੱਖ ਬ੍ਰਹਮ ਪ੍ਰਕਾਸ਼। ਸੋਹੰ, ਉਹ ਮੈਂ ਹਾਂ। ਭੇਦ ਨਾ ਕੋਈ ਜੀਓ, ਮੇਰੇ ਅਤੇ ਉਸ ਬ੍ਰਹਮ ਵਿੱਚ ਕੋਈ ਅੰਤਰ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਇਹ ਸ਼ਬਦ ਸੋਹੰ ਬਹੁਤ ਸੁੰਦਰ ਸ਼ਬਦ ਹੈ ਅਤੇ ਮੈਨੂੰ ਇਹ ਬਹੁਤ ਦਿਲਚਸਪ ਲੱਗਦਾ ਹੈ, ਪਰ ਸਿੱਖ ਕਈ ਵਾਰ ਇਸ ਨੂੰ ਪਸੰਦ ਨਹੀਂ ਕਰਦੇ ਅਤੇ ਕਹਿੰਦੇ ਹਨ, ਨਹੀਂ, ਇਹ ਹਿੰਦੂ ਸ਼ਬਦ ਹੈ, ਜਾਂ ਇਹ ਵੇਦਾਂ ਵਿੱਚੋਂ ਲਏ ਗਏ ਹਨ, ਜਾਂ ਇਹ ਹੋਰ ਪਰੰਪਰਾਵਾਂ ਵਿੱਚੋਂ ਹਨ ਅਤੇ ਉੱਚੇ ਸ਼ਬਦ ਨਹੀਂ ਹਨ। ਤੁਸੀਂ ਉਹਨਾਂ ਪਰੰਪਰਾਵਾਂ ਦੀ ਕੀਮਤ ਨਹੀਂ ਸਮਝਦੇ। ਅਸੀਂ ਆਪਣੀ ਪਰੰਪਰਾ ਨੂੰ ਵੀ ਨਹੀਂ ਸਮਝਦੇ, ਨਾ ਹੀ ਅਸੀਂ ਦੂਜੀਆਂ ਪਰੰਪਰਾਵਾਂ ਨੂੰ ਸਮਝਦੇ ਹਾਂ। ਭਾਵੇਂ ਇਹ ਸ਼ਬਦ ਸੋਹੰ ਬਹੁਤ ਸੁੰਦਰ ਹੈ। ਤੁਸੀਂ ਜਾਣਦੇ ਹੋ ਕਿ ਕਹਾਵਤ ਕੀ ਹੈ? ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ, ਇਹ ਕੋਹੰ ਕੋਹੰ ਚੀਕਦਾ ਹੈ,
ਬਹੁਤ ਰੋਂਦਾ ਹੈ, ਇਹ ਬ੍ਰਹਿਮੰਡ ਨੂੰ ਪੁਕਾਰਦਾ ਹੈ ਅਤੇ ਕਹਿੰਦਾ ਹੈ, ਮੈਂ ਕੌਣ ਹਾਂ, ਮੈਂ ਕੀ ਹਾਂ, ਕੋਹਮ, ਮੈਂ ਕੀ ਹਾਂ। ਅਤੇ ਬ੍ਰਹਿਮੰਡ ਜਵਾਬ ਦਿੰਦਾ ਹੈ, ਸੋਹੰ, ਤੂੰ ਮੈਂ ਹੈ ਅਤੇ ਮੈਂ ਤੂੰ ਹਾਂ। ਇਹ ਉਹ ਸ਼ਬਦ ਹੈ ਜੋ ਗੁਰੂ ਜੀ ਨੇ ਵਰਤਿਆ ਹੈ। ਇਹ ਉਹ ਹੈ ਜੋ ਤੁਸੀਂ ਹੋ। ਤੁਸੀਂ ਬ੍ਰਹਿਮੰਡ ਦਾ ਸਾਰ ਹੋ ਅਤੇ ਕੁਝ ਗਲਤ ਨਾ ਸੋਚੋ। ਤੁਸੀਂ ਬ੍ਰਹਿਮੰਡ ਤੋਂ ਵੱਖਰੇ ਨਹੀਂ ਹੋ। ਤੁਸੀਂ ਉਸ ਇੱਕ ਤੋਂ ਵੱਖਰੇ ਨਹੀਂ ਹੋ। ਤੁਸੀਂ ਉਸ ਰੱਬ ਤੋਂ ਵੱਖਰੇ ਨਹੀਂ ਹੋ। ਤਤ ਨਿਰੰਜਨ, ਅਸਲੀਅਤ ਦਾ ਉਹ ਤੱਤ, ਉਹ ਅਦਿੱਖ ਸ਼ਕਤੀ, ਜੋਤ ਸਬਾਈ, ਉਹ ਪ੍ਰਕਾਸ਼ ਜੋ ਹਰ ਥਾਂ ਹੈ, ਉਹ ਵੀ ਮੇਰਾ ਹੈ ਅਤੇ ਉਹ ਮੈਂ ਹੀ ਹਾਂ। ਭੇਦ ਨਾ ਕੋਈ ਜੀਓ, ਮੇਰੇ ਅਤੇ ਉਸ ਵਿੱਚ ਕੋਈ ਅੰਤਰ ਨਹੀਂ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਉਹ ਅਨੰਤ ਬ੍ਰਹਮਤਾ, ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਜਿਸ ਨੂੰ ਏਕਤਾ ਕਹਿੰਦੇ ਹਾਂ, ਜਿਸ ਨੂੰ ਬ੍ਰਹਿਮੰਡ ਕਹਿੰਦੇ ਹਾਂ, ਇਹ ਜੋ ਵੀ ਹੈ, ਜੋ ਵੀ ਇਹ ਬ੍ਰਹਿਮੰਡ ਹੈ, ਭਾਵੇਂ ਤੁਸੀਂ ਨਾਸਤਿਕ ਹੋ, ਇੱਥੇ ਕੁਝ ਹੈ ਨਾ? ਇਸ ਸਮੇਂ ਇੱਥੇ ਕੁਝ ਹੈਰਾਨੀਜਨਕ ਹੈ। ਇਸ ਨੂੰ ਜੀਵਨ ਕਿਹਾ ਜਾਂਦਾ ਹੈ ਅਤੇ ਅਸੀਂ ਸਾਰੇ ਸਹਿਮਤ ਹੋ ਸਕਦੇ ਹਾਂ। ਉਹ ਅਨੰਤ ਹਸਤੀ ਜਿਸ ਨੂੰ ਬ੍ਰਹਿਮੰਡ ਜਾਂ ਜੀਵਨ ਕਿਹਾ ਜਾਂਦਾ ਹੈ। ਨਾਨਕ ਕਹਿੰਦੇ ਹਨ, ਜਦੋਂ ਗੁਰੂ ਨੇ ਮੈਨੂੰ ਸਿਖਾਇਆ ਕਿ ਉਸ ਨੂੰ ਕਿਵੇਂ ਲੱਭਣਾ ਹੈ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਤੇ ਉਹ ਇੱਕੋ ਜਿਹੇ ਹਾਂ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਨਾਨਕ ਕਹਿੰਦੇ ਹਨ, ਗੁਰੂ ਮੈਨੂੰ ਦਿਖਾਉਂਦਾ ਹੈ ਕਿ ਉਹ ਕੀ ਹੈ। ਪਰ ਯਾਦ ਰੱਖੋ, ਤੁਹਾਡਾ ਹੋਮਵਰਕ ਰਹਾਓ ਲਾਈਨ ਹੈ। ਮਨ ਰੇ ਰਾਮ ਜਪੋ ਸੁਖ ਹੋਈ। ਇਸ ਨੂੰ ਨਾ ਭੁੱਲੋ ਅਤੇ ਤੁਸੀਂ ਖੁਸ਼ ਰਹੋਗੇ। ਇਹ ਤੁਹਾਡਾ ਹੋਮਵਰਕ ਹੈ ਜੋ ਗੁਰੂ ਤੁਹਾਨੂੰ ਦੇ ਰਿਹਾ ਹੈ। ਅਹਨਿਸ ਗੁਰ ਕੇ ਚਰਨ ਸਰੇਵੋ। ਦਿਨ ਦੇ 24 ਘੰਟੇ ਇਸ ਪਾਠ ਨੂੰ ਯਾਦ ਰੱਖੋ। ਹਰ ਦਾਤਾ ਭੁਗਤਾ ਸੋਈ। ਇੱਥੇ ਇਸ ਸ਼ਬਦ ਨੂੰ ਵੇਖੋ, ਦਾਤਾ ਭੁਗਤਾ। ਤੁਸੀਂ ਜਾਣਦੇ ਹੋ ਕਿ ਇਸ ਦਾ ਕੀ ਅਰਥ ਹੈ? ਦੇਣ ਅਤੇ ਲੈਣ ਵਾਲਾ ਇੱਕ ਹੀ ਹੈ। ਦਾਤਾ ਤੋਹਫੇ ਦੇਣ ਵਾਲਾ ਅਤੇ ਭੁਗਤਾ ਤੋਹਫਿਆਂ ਦਾ ਆਨੰਦ ਲੈਣ ਵਾਲਾ ਇੱਕ ਹੀ ਹੈ। ਇਸ ਸਬਕ ਨੂੰ ਨਾ ਭੁੱਲੋ। ਇਸ ਲਈ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਖੁਸ਼ ਕਿਵੇਂ ਰਹਿਣਾ ਹੈ, ਤੁਸੀਂ ਇਸ ਬਾਰੇ ਸਿੱਖਣ ਆਏ ਹੋ, ਤਾਂ ਗੁਰੂ ਅਸਲ ਵਿੱਚ ਤੁਹਾਨੂੰ ਕਹਿ ਰਹੇ ਹਨ, ਮੈਂ ਤੁਹਾਨੂੰ ਸਿਖਾ ਸਕਦਾ ਹਾਂ ਕਿ ਖੁਸ਼ ਕਿਵੇਂ ਰਹਿਣਾ ਹੈ, ਪਰ ਤੁਹਾਨੂੰ ਇੱਕ ਵੱਡੀ ਕੀਮਤ ਚੁਕਾਉਣੀ ਪਵੇਗੀ ਅਤੇ ਜੋ ਕੀਮਤ ਤੁਹਾਨੂੰ ਅਦਾ ਕਰਨੀ ਪਵੇਗੀ ਉਹ ਹੈ ਕਿ ਤੁਹਾਡੇ ਬਾਰੇ ਤੁਹਾਡੀ ਸਮਝ ਨੂੰ ਬਦਲਣਾ ਪਏਗਾ। ਇਹ ਉਹ ਕੀਮਤ ਹੈ ਜੋ ਤੁਹਾਨੂੰ ਅਦਾ ਕਰਨੀ ਪਵੇਗੀ। ਇਸ ਤੋਂ ਬਿਨਾਂ ਗੁਰੂ ਦੀ ਕੋਈ ਫੀਸ ਨਹੀਂ ਹੈ। ਪਰ ਉਹ ਕਹਿ ਰਹੇ ਹਨ, ਸ਼ੁਰੂ ਵਿੱਚ ਇੱਕ ਫੀਸ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਤੁਸੀਂ ਇਸ ਖੇਡ ਨੂੰ ਖੇਡਣਾ ਚਾਹੁੰਦੇ ਹੋ, ਜੇਕਰ ਤੁਸੀਂ ਇਸ ਸਕੂਲ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ, ਤਾਂ ਕੀਮਤ ਹੈ ਤੁਹਾਨੂੰ ਆਪਣੇ ਆਪ ਨੂੰ ਤਿਆਗਣਾ ਪਵੇਗਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾਂ ਸਮਝੋ, ਜੋ ਕੀਮਤ ਤੁਹਾਨੂੰ ਅਦਾ ਕਰਨੀ ਪਵੇਗੀ ਉਹ ਹੈ ਤੁਹਾਨੂੰ ਆਪਣੇ ਬਾਰੇ, ਆਪਣੀ ਸੋਚ ਨੂੰ ਬਦਲਣਾ ਪਏਗਾ। ਇਹ ਇੰਨਾ ਡਰਾਉਣਾ ਨਹੀਂ ਹੈ। ਕੋਈ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਅਸਲ ਵਿੱਚ ਆਪਣਾ ਸਰੀਰ ਦੇਣਾ ਪਏਗਾ, ਜਾਂ ਤੁਹਾਨੂੰ ਆਪਣਾ ਸਿਰ ਦੇਣਾ ਪਏਗਾ, ਜਾਂ ਤੁਹਾਨੂੰ ਕੁਝ ਹੋਰ ਦੇਣਾ ਪਏਗਾ। ਤੁਹਾਨੂੰ ਕੁਝ ਵੀ ਦੇਣ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ ਆਪਣੀ ਸਮਝ ਬਦਲਣੀ ਪਵੇਗੀ। ਮੈਂ ਹਾਂ, ਹਉਮੈ ਮੈਂ ਹਾਂ। ਗੁਰੂ ਜੀ ਕਹਿੰਦੇ ਹਨ, ਇਹ ਕੀਮਤ ਹੈ, ਇਹ ਮੈਨੂੰ ਦੇ ਦਿਓ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾਂ ਆਪਣੀ ਹਉਮੈ ਛੱਡ ਦਿਓ ਕਿ ਤੁਸੀਂ ਇਸ ਤਰ੍ਹਾਂ ਜੀਣਾ ਚਾਹੁੰਦੇ ਹੋ ਕਿ ਮੈਂ ਜਿਵੇਂ ਹਾਂ ਠੀਕ ਹਾਂ, ਮੈਨੂੰ ਨਾ ਬਦਲੋ, ਬਸ ਮੈਨੂੰ ਕੁਝ ਚੰਗਾ ਸਿਖਾ ਦਿਓ। ਨਹੀਂ, ਮੈਂ ਇਹ ਨਹੀਂ ਕਰ ਸਕਦਾ। ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਕਿ ਗੁਰੂ ਤੁਹਾਨੂੰ ਕੀ ਸਿਖਾਉਣਾ ਚਾਹੁੰਦੇ ਹਨ, ਤਾਂ ਕੀਮਤ ਹੈ ਆਪਣਾ ਆਪ। ਤੁਸੀਂ ਕੀਮਤ ਹੋ। ਜੀਵਨ ਕੀ ਛੱਡ ਆਸ, ਹੋ ਸਬਣਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਜੇ ਤੁਸੀਂ ਇਸ ਹਉਮੈ ਨੂੰ ਛੱਡਣ ਲਈ ਤਿਆਰ ਹੋਵੋ ਤਾਂ ਇਸ ਸਕੂਲ ਵਿੱਚ ਆਓ। ਜਦੋਂ ਤੁਸੀਂ ਸਭ ਕੁਝ ਦੇਣ ਲਈ ਤਿਆਰ ਹੋਵੋ ਤਾਂ ਕਹੋ, ਇਸ ਦੇ ਬਦਲੇ ਵਿੱਚ ਮੈਨੂੰ ਖੁਸ਼ੀ ਚਾਹੀਦੀ ਹੈ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਖੁਸ਼ੀ ਕੀ ਹੈ, ਇਹ ਸਭ ਇਸ ਇੱਕ ਸ਼ਬਦ ਵਿੱਚ ਹੈ। ਹੁਣ ਵੱਡਾ ਸਵਾਲ ਇਹ ਹੈ, ਮੈਂ ਇਸ ਨੂੰ ਕਿਵੇਂ ਕਰਾਂ? ਅਤੇ ਇਹ ਉਹ ਸਮਾਂ ਹੈ ਜਿੱਥੇ ਉਸ ਨੂੰ ਮੈਂ ਹੁਣ ਸਵਾਲ ਜਵਾਬ, ਗੱਲਬਾਤ, ਚਰਚਾ ਲਈ ਸ਼ੁਰੂ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ ਸੰਕਲਪਿਕ ਵਿਚਾਰ ਦੇਣ ਵਿੱਚ ਬਹੁਤ ਚੰਗਾ ਹਾਂ। ਪਰ ਸਾਨੂੰ ਹੁਣ ਇਸ ਨੂੰ ਤੋੜਨ ਦੀ ਲੋੜ ਹੈ। ਤੁਸੀਂ ਹੁਣ ਮੈਨੂੰ ਚੁਣੌਤੀ ਦਿਓ, ਜਿਵੇਂ ਮੈਂ ਤੁਹਾਨੂੰ ਚੁਣੌਤੀ ਦਿੱਤੀ ਸੀ, ਅਤੇ ਕਹੋ, ਮੈਂ ਇਹ ਕਿਵੇਂ ਕਰਾਂ? ਮੈਂ ਇਸ ਲਈ ਕੀ ਕਰਾਂ? ਮੈਨੂੰ ਹਰ ਪਲ ਕੀ ਕਰਨ ਦੀ ਲੋੜ ਹੈ? ਕੀ ਮੈਨੂੰ ਕੁਝ ਕਰਨ ਦੀ ਲੋੜ ਹੈ? ਕੀ ਮੈਨੂੰ ਫੋਕਸ ਕਰਨ ਦੀ ਲੋੜ ਹੈ? ਕੀ ਮੈਨੂੰ ਕੁਝ ਵੱਖਰਾ ਕਰਨ ਦੀ ਲੋੜ ਹੈ? ਮੈਂ ਕੀ ਕਰਾਂ? ਗੁਰੂ ਦਾ ਉਪਦੇਸ਼ ਬਹੁਤ ਸਰਲ ਹੈ। ਤੁਸੀਂ ਕੀ ਹੋ, ਉਸ ਬਾਰੇ ਆਪਣੀ ਸਮਝ ਨੂੰ ਬਦਲੋ।
ਇਸ ਲਈ ਪਹਿਲਾਂ ਇਸ ਨੂੰ ਸਮਝੋ, ਤੁਹਾਨੂੰ ਆਪਣੇ ਆਪ ਬਾਰੇ ਆਪਣੀ ਸਮਝ ਨੂੰ ਬਦਲਣ ਦੀ ਲੋੜ ਹੈ। ਤੁਸੀਂ ਜੋ ਆਪਣੇ ਬਾਰੇ ਸੋਚਦੇ ਹੋ ਉਸ ਨੂੰ ਬਦਲੇ ਬਿਨਾਂ ਤੁਸੀਂ ਜੀਵਨ ਵਿੱਚ ਖੁਸ਼ੀ ਹਾਸਲ ਨਹੀਂ ਕਰ ਸਕਦੇ, ਕਿਉਂਕਿ ਇਹ ਖੁਸ਼ੀ ਥੋੜੇ ਸਮੇਂ ਲਈ ਹੋਵੇਗੀ। ਮੈਂ ਕੁਝ ਚੰਗੇ ਕੱਪੜੇ ਨਹੀਂ ਖਰੀਦ ਸਕਦਾ, ਕੀ ਤੁਸੀਂ ਖਰੀਦ ਸਕਦੇ ਹੋ? ਇਹ ਤੁਹਾਨੂੰ ਥੋੜੇ ਸਮੇਂ ਦੀ ਖੁਸ਼ੀ ਦੇਵੇਗਾ ਜੋ ਜ਼ਿਆਦਾ ਦੇਰ ਨਹੀਂ ਰਹੇਗੀ। ਪਰ ਜੋ ਗੁਰੂ ਜੀ ਕਹਿ ਰਹੇ ਹਨ ਉਹ ਹੈ ਸਥਾਈ ਖੁਸ਼ੀ। ਹੁਣ ਤੁਹਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਕੀਮਤ ਬਹੁਤ ਜ਼ਿਆਦਾ ਨਹੀਂ ਹੈ? ਹੋ ਸਕਦਾ ਹੈ ਮੈਂ ਸਥਾਈ ਖੁਸ਼ੀ ਚਾਹੁੰਦਾ ਹੀ ਨਹੀਂ, ਹੋ ਸਕਦਾ ਹੈ ਮੈਂ ਕਹਾਂ ਧੰਨਵਾਦ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਠੀਕ ਹਾਂ। ਆਮ ਜ਼ਿੰਦਗੀ ਦਾ ਮਤਲਬ ਹੈ ਮੈਂ ਹਰ ਮਿੰਟ ਇਸ ਭਾਵਨਾਤਮਕ ਉਤਰਾਅ ਚੜ੍ਹਾਅ ਵਿੱਚੋਂ ਲੰਘਾਂਗਾ, ਕਿਉਂਕਿ ਮੈਂ ਆਪਣੇ ਮਨ ਦੀ ਸੋਚ ਨੂੰ ਬਦਲਣ ਲਈ ਤਿਆਰ ਨਹੀਂ ਹਾਂ ਕਿ ਮੇਰਾ ਮਨ ਕੀ ਕਰ ਰਿਹਾ ਹੈ। ਇਸ ਲਈ ਮਨ ਮੈਨੂੰ ਇੱਕ ਪਲ ਲਈ ਖੁਸ਼ੀ ਦੇਵੇਗਾ ਅਤੇ ਅਗਲੇ ਪਲ ਬਹੁਤ ਉਦਾਸ, ਅਤੇ ਫਿਰ ਬਹੁਤ ਖੁਸ਼, ਫਿਰ ਬਹੁਤ ਉਦਾਸ, ਅਤੇ ਮੈਂ ਸਾਰਾ ਦਿਨ ਹਰ ਰੋਜ਼ ਮੇਰੀ ਬਾਕੀ ਦੀ ਸਾਰੀ ਜ਼ਿੰਦਗੀ ਇਸ ਭਾਵਨਾਤਮਕ ਉਤਰਾਅ ਚੜ੍ਹਾਅ ਵਿੱਚੋਂ ਰਹਾਂਗਾ। ਉਹ ਕਹਿਣਗੇ ਠੀਕ ਹੈ, ਜੇਕਰ ਤੁਸੀਂ ਇਸ ਤਰ੍ਹਾਂ ਜੀਣ ਵਿੱਚ ਖੁਸ਼ ਹੋ ਤਾਂ ਅੱਗੇ ਵਧੋ, ਕੋਈ ਵੀ ਤੁਹਾਨੂੰ ਮਜਬੂਰ ਨਹੀਂ ਕਰੇਗਾ। ਜਾਂ ਇਹ ਇੱਕ ਵੱਡਾ ਆਪਸ਼ਨ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਉਸ ਮੁਕਾਮ ਤੇ ਪਹੁੰਚ ਗਏ ਹੋ ਜਿੱਥੇ ਤੁਸੀਂ ਕਹਿੰਦੇ ਹੋ ਬਸ ਬਹੁਤ ਹੋ ਗਿਆ, ਕਾਫੀ ਹੋ ਗਿਆ, ਮੈਂ ਇਸ ਗੁੱਸੇ ਤੋਂ ਅੱਕ ਗਿਆ ਹਾਂ, ਮੈਂ ਇਸ ਸੰਘਰਸ਼ ਤੋਂ ਅੱਕ ਗਿਆ ਹਾਂ, ਅਤੇ ਸਾਰੀਆਂ ਚੁਣੌਤੀਆਂ ਤੋਂ ਅਤੇ ਸਾਰੀਆਂ ਲੜਾਈਆਂ ਤੋਂ ਜਿਨ੍ਹਾਂ ਦਾ ਮੈਂ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਸਾਹਮਣਾ ਕਰਦਾ ਹਾਂ, ਮੈਂ ਅੱਕ ਗਿਆ ਹਾਂ, ਮੇਰੀ ਬੱਸ ਹੋ ਗਈ, ਗੁਰੂ ਜੀ ਇੱਥੇ ਹਨ, ਮੈਂ ਅੱਕ ਗਿਆ ਹਾਂ। ਜਦੋਂ ਤੁਸੀਂ ਉਸ ਮੁਕਾਮ ਤੇ ਪਹੁੰਚਦੇ ਹੋ, ਜ਼ਿੰਦਗੀ ਤੋਂ ਅੱਕ ਜਾਣਾ ਇੱਕ ਬਹੁਤ ਵਧੀਆ ਜਗ੍ਹਾ ਹੈ। ਹਰ ਕਿਸੇ ਨੂੰ ਮੁਕਾਮ ਤੇ ਪਹੁੰਚਣ ਦੀ ਜ਼ਰੂਰਤ ਹੁੰਦੀ ਹੈ, ਪਰ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਮੁਕਾਮ ਤੇ ਨਹੀਂ ਪਹੁੰਚਦੇ, ਤੁਸੀਂ ਇਹ ਸੋਚਦੇ ਹੋ ਕਿ ਮੈਨੂੰ ਇਹ ਸਭ ਕਰਨ ਦੀ ਜ਼ਰੂਰਤ ਨਹੀਂ, ਮੈਂ ਸਿਰਫ ਚਮਕਦਾਰ ਚੀਜ਼ਾਂ ਖਰੀਦਾਂਗਾ। ਮੈਂ ਇੱਕ ਦਿਨ ਲੰਡਨ ਦੇ ਸੈਂਟਰ ਵਿੱਚ ਇੱਕ ਸੋਹਣੀ ਟੀ-ਸ਼ਰਟ ਵੇਖੀ। ਇਹ ਔਰਤਾਂ ਵਾਲੀ ਟੀ-ਸ਼ਰਟ ਸੀ ਅਤੇ ਇੱਕ ਸ਼ੈਲਫ ਵਿੱਚ ਇੱਕ ਰੈਕ ਤੇ ਪਈ ਸੀ। ਉੱਥੇ ਮਰਦਾਂ ਦੀਆਂ ਵੀ ਬਹੁਤ ਸਾਰੀਆਂ ਟੀ-ਸ਼ਰਟਾਂ ਸਨ ਅਤੇ ਇਸ ਟੀ-ਸ਼ਰਟ ਤੇ ਚਮਕੀਲੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਮੈਂ ਦੁਨੀਆ ਨੂੰ ਜਿੱਤ ਲੈਣਾ ਸੀ। ਪਰ ਫਿਰ ਮੈਨੂੰ ਕੁਝ ਚਮਕਦਾਰ ਚੀਜ਼ ਦਿਖ ਗਈ ਅਤੇ ਮੈਂ ਸੋਚਿਆ ਇਹ ਜ਼ਿੰਦਗੀ ਹੈ। ਮੇਰੀ ਵਿੱਚ ਕਰਨ ਦੀ ਹਿੰਮਤ ਸੀ, ਪਰ ਫਿਰ ਮੈਂ ਕੁਝ ਚਮਕਦਾਰ ਦੇਖਿਆ ਜਿਸ ਨਾਲ ਮੇਰਾ ਧਿਆਨ ਭਟਕ ਗਿਆ। ਅਤੇ ਇਹ ਉਹ ਹੈ ਜੋ ਅਸੀਂ ਸਾਰੇ ਸਾਰਾ ਦਿਨ ਹਰ ਰੋਜ਼ ਮਰਦ, ਔਰਤਾਂ, ਬੱਚੇ ਅਤੇ ਬਾਲਗ ਕਰਦੇ ਹਾਂ। ਮੈਂ ਕੁਝ ਕਰਨ ਜਾ ਰਿਹਾ ਸੀ, ਪਰ ਫਿਰ ਬਹੁਤ ਛੋਟੀ ਚੀਜ਼ ਨਾਲ ਮੇਰਾ ਧਿਆਨ ਭਟਕ ਗਿਆ। ਇਸ ਲਈ ਸਵਾਲ ਇਹ ਹੈ ਕਿ ਤੁਸੀਂ ਉਹ ਖੁਸ਼ੀ ਉਸ ਕੀਮਤ ਤੇ ਲੈਣ ਲਈ ਤਿਆਰ ਹੋ ਜਿਸ ਕੀਮਤ ਤੇ ਗੁਰੂ ਤੁਹਾਨੂੰ ਦੇ ਰਿਹਾ ਹੈ।